हाँ जी, इस हफ्ते अपने को 3 ਸਕੈਦੇ ਆਏ ਹੈ ਪਾਸ ਕੀਤੇ ਹੋਏ। ਪਹਿਲਾ ਸਕੈਦਾ ਗੁਰਮੀਤ ਸਿੰਘ ਵੀਰ ਦਾ, ਇਹਨਾਂ ਨੇ 3 ਗਲਤੀਆਂ ਨਾਲ ਪਾਸ ਕੀਤਾ ਹੈ 17 ਮਾਰਚ ਨੂੰ ਜੀ। ਤੇ ਦੂਸਰਾ ਸਕੈਦਾ ਹੈਗਾ ਆਪਣੇ ਸ਼ੋਇਬ ਹਸਨ ਵੀਰ ਦਾ, ਇਹਨਾਂ ਨੇ 16 ਮਾਰਚ ਨੂੰ ਕੀਤਾ ਪਾਸ 1 ਗਲਤੀ ਦੇ ਨਾਲ। ਤੇ ਤੀਸਰਾ ਸਕੈਦਾ ਹੈਗਾ ਜੀ ਸ਼ਫੀਕੁੱਲਾ ਭਾਈ ਦਾ, ਇਹਨਾਂ ਨੇ ਵੀ 16 ਮਾਰਚ ਨੂੰ ਕੀਤਾ ਹੈ 0 ਗਲਤੀ ਦੇ ਨਾਲ। ਸਾਰੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਧੰਨਵਾਦ, ਤੁਸੀਂ ਆਪਣਾ ਸਕੈਦਾ ਸ਼ੇਅਰ ਕਰਦੇ ਹੋ ਤੇ ਇਸ ਕਰਕੇ ਵੀਡੀਓ ਬਣਦਾ ਆਪਣਾ। ਤੇ ਬਹੁਤ ਬਹੁਤ ਮੁਬਾਰਕਾਂ ਜੀ। ਚਲੋ ਜੀ ਸ਼ੁਰੂ ਕਰਦੇ ਹਾਂ। Secondo le norme di precedenza, ਕਾਨੂੰਨ ਦੇ ਹਿਸਾਬ ਨਾਲ ਨੈਕਰੋਚੋ rappresentato ਦਿਖਾਏ ਗਏ ਕਰੋਚੋ ਚ ਫਿਗੂਰਾ ਉਹ transita prima del vicolo A, ਉਹ ਜਾਊਗਾ ਪਹਿਲਾਂ A ਤੋਂ। ਤਾਂ ਆਪਣਾ ਆਰਡਰ ਕੀ ਬਣਦਾ TOA। ਇਹ ਤਾਂ ਉਦੋਂ ਵੀ ਯਾਦ ਆਪਾਂ ਨੂੰ ਹਮੇਸ਼ਾ ਹੀ ਰਹਿਣਾ, ਤਾਂ ਬਦਲਣਾ ਤਾਂ ਹੈ ਨਹੀਂਗਾ। TOA ਟੋਆ ਜਿੱਦਾਂ ਬਣ ਜਾਂਦਾ ਇਹ। ਟਰਾਮ ਪਹਿਲਾਂ, ਫਿਰ 2 ਗੱਡੀਆਂ ਜਦੋਂ ਰਹਿ ਗਈਆਂ ਤਾਂ A ਦੇ ਸੱਜੇ ਪਾਸੇ O ਖੜਾ ਹੈ, ਤਾਂ ਇਸ ਕਰਕੇ O ਨੂੰ ਪਹਿਲ ਦੇਣੀ ਪਊਗੀ। ਤਾਂ TOA ਤਾਂ O ਪਹਿਲਾਂ ਜਾਊਗਾ A ਤੋਂ, ਤਾਂ ਬਿਲਕੁਲ ਗੱਲ ਠੀਕ ਹੈ। ਸਵਾਲ ਆਉਂਦਾ T ਤੇ A ਇਕੱਠੇ ਜਾਊਗੇ, ਨਹੀਂ। ਟਰਾਮ ਤਾਂ ਟਰਾਮ ਕਰਕੇ ਪਹਿਲਾਂ ਜਾਊਗੀ, ਪਰ A ਨੂੰ O ਵਾਸਤੇ ਰੁਕਣਾ ਪੈਣਾ ਹੈ, ਇਸ ਕਰਕੇ ਆਪਾਂ ਇਹ ਸਵਾਲ ਆਪਣਾ ਠੀਕ ਹੋ ਗਿਆ ਜੀ। ਦੂਸਰਾ ਸੇ ਸੀ ਤਰਾਇਨਾ ਉਨ ਵੀਕੋਲੋ ਗਵਾਸਤੋ, ਜੇ ਤੁਸੀਂ ਖਿੱਚ ਕੇ ਲੈ ਜਾਂਦੇ ਇੱਕ ਖਰਾਬ ਗੱਡੀ, ਟੋਚਨ ਪਾ ਕੇ ਲੈ ਕੇ ਜਾ ਸਕਦੇ, ਮਕੈਨਿਕ ਕੋਲ ਲੈ ਜਾ ਸਕਦੇ ਹਾਂ ਨੋਰਮਲ ਰੋਡ ਤੇ, ਆਟੋਸਟਰਾਦੇ ਤੇ ਨਹੀਂ। ਪਰ ਜੇ ਅਸੀਂ ਖਿੱਚਦੇ ਹਾਂ ਖਰਾਬ ਗੱਡੀ ਮੋਨੀਟੋ ਦੀ ਸਰਵੋ ਸਟੇਰਸੋ, ਜਿਹਦੇ ਵਿੱਚ ਮੋਨੀਟੋ ਦੋਤਾਤੋ ਯਾਨੀ ਕਿ ਲੱਗਿਆ ਹੋਇਆ ਪਾਵਰ ਸਟੀਅਰਿੰਗ, ਉਹਨੂੰ ਆਪਾਂ ਖਿੱਚ ਕੇ ਲੈ ਜਾ ਰਹੇ ਹਾਂ। ਲੋ ਸਟੇਰਸੋ ਰਿਜ਼ੂਲਟੇਰਾ ਸੈਂਪਰੇ ਬਲੋਕਾਤੋ, ਸਟੇਰਸੋ ਸਟੀਅਰਿੰਗ ਹੋਊਗਾ ਹਮੇਸ਼ਾ ਬਲੋਕ ਹੋ ਜਾਊਗਾ। ਤਾਂ ਇਹ ਸਵਾਲ ਹੈਗਾ ਫਾਲਸੋ। ਹਾਂਜੀ, ਕਿਉਂਕਿ ਜਦੋਂ ਪਾਵਰ ਸਟੀਅਰਿੰਗ ਗੱਡੀ 'ਚ ਦਿੱਤਾ, ਨਵੀਆਂ ਗੱਡੀਆਂ 'ਚ ਪਾਵਰ ਸਟੀਅਰਿੰਗ ਹੀ ਹੁੰਦੀ, ਪਾਵਰ ਬ੍ਰੇਕਾਂ ਹੀ ਹੁੰਦੀਆਂ। ਪੁਰਾਣੀਆਂ ਗੱਡੀਆਂ ਹੁੰਦੀਆਂ ਸੀ ਨੋਰਮਲ ਸਟੀਅਰਿੰਗ ਹੁੰਦੇ ਸੀ, ਜ਼ੋਰ ਲਾ ਕੇ ਘੁਮਾਣੇ ਪੈਂਦੇ ਸੀ। ਪਾਵਰ ਸਟੀਅਰਿੰਗ 'ਚ ਮਾੜਾ ਜਿਹਾ ਤੁਸੀਂ ਉਂਗਲੀ ਘੁਮਾਈ, ਉਂਗਲੀ ਨਾਲ ਮਾੜਾ ਜਿਹਾ ਹਲਕਾ ਜਿਹਾ ਘੁਮਾਇਆ, ਬਾਕੀ ਮੋਟਰ ਚੱਲ ਪੈਂਦੀ ਨਾਲ ਦੀ ਨਾਲ ਹੀ। ਪਰ ਜੇ ਉਹ ਖਰਾਬ ਹੈ ਤਾਂ ਮੋਟਰ ਕਿੱਦਾਂ ਚੱਲੂਗੀ, ਗੱਡੀ ਤਾਂ ਖਰਾਬ ਹੈ। ਤੇ ਫਿਰ ਉਹ ਹਾਰਡ ਹੋ ਜਾਂਦਾ, ਡਿਫੀਕਲਟ ਹੋ ਜਾਂਦਾ ਘੁਮਾਣਾ। ਮੋਟਰ ਨੂੰ ਵੀ ਸਾਨੂੰ ਨਾਲ ਹੀ ਘੁਮਾਣਾ ਪੈਂਦਾ, ਹੱਥ ਦੇ ਨਾਲ ਹੀ, ਇੱਦਾਂ ਇੱਕ ਗੱਲ ਹੋ ਜਾਂਦੀ। ਤਾਂ ਬਲੋਕ ਤਾਂ ਨਹੀਂ ਹੁੰਦਾ, ਪਰ ਬਲੋਕ ਐਡਾ ਵੱਡਾ ਰਿਸਕ ਥੋੜੀ ਗੱਡੀ 'ਚ ਪਾਓਗੇ, ਗੱਡੀ ਬੰਦ ਹੀ ਹੋਊਗੀ। ਤਾਂ ਬਲੋਕ ਨਹੀਂ, ਫੀਚਲੇ ਹੋ ਜਾਂਦਾ ਸੇਮ ਸਟੀਅਰਿੰਗ ਨੂੰ ਘੁਮਾਣਾ। ਉਦਾਂ ਹੀ ਜੇ ਪਾਵਰ ਬ੍ਰੇਕਾਂ ਹੋਵੇ ਤਾਂ ਵੀ ਗੱਡੀ ਨੂੰ ਰੋਕਣਾ ਔਖਾ ਹੋ ਜਾਂਦਾ ਹੈ। ਡਿਫੀਕਲਟ ਵਰਡ ਯਾਦ ਰੱਖਣਾ, ਜੇ ਪਾਵਰ ਸਟੀਅਰਿੰਗ ਹੋਵੇ ਖਰਾਬ ਹੋ ਜਾਵੇ। ਉੱਦਾਂ ਪਾਵਰ ਸਟੀਅਰਿੰਗ ਸਾਡੀ ਮਦਦ ਕਰਦਾ ਹੈਗਾ ਆਮ ਹਾਲਾਤਾਂ ਦੇ ਵਿੱਚ। ਤੇ ਗੱਲ ਠੀਕ ਹੈ, ਇਹ ਗਲਤ ਹੋ ਗਿਆ ਕਿਉਂਕਿ ਬਲੋਕਾਤੋ ਨਹੀਂ ਹੁੰਦਾ, ਸਵਾਲ ਗਲਤ। ਤਾਂ ਮੈਂ ਨਾਲ ਨਾਲ ਦਿਖਾਈ ਵੀ ਜਾਂਦਾ। ਪਹਿਲਾ ਵੇਰੋ ਸੀਗਾ, ਉਹ ਪਹਿਲਾਂ ਜਾਊਗਾ ਇਹ ਤੋਂ, ਤੇ ਦੂਸਰਾ ਫਾਲਸੋ ਹੋ ਗਿਆ। ਤੀਸਰਾ ਸਵਾਲ in caso di infossamento su neve o sabbia non riuscendo a partire con prima marcia è opportuno innestare la marcia superiore। vero ਇਹ ਆਪਾਂ ਕੱਲ ਹੀ ਕਲਾਸ 'ਚ ਪੜ੍ਹਿਆ ਸੀਗਾ। ਉਹ ਤਾਂ ਕਦੀ ਵੀ ਨਾ ਪਤਾ ਲੱਗੇ, ਮਾੜਾ ਜਿਹਾ ਹਾਲਾਤ ਦੇਖੋ, ਕਿਹੜੀ ਗੱਲ ਚੱਲ ਰਹੀ ਹੈ। ਇਨਫੋਸਾਮੈਂਟੋ ਖੁੱਭ ਜਾਣਾ, ਗੱਡੀ ਖੁੱਭ ਵੀ ਤੇ ਜਾਂਦੀ, ਕਈ ਵਾਰ ਰੇਤੇ ਚਿੱਕੜ ਮਿੱਟੀ ਬਰਫ਼ 'ਚ ਖੁੱਭ ਵੀ ਸਕਦੀ ਹੈ। ਤਾਂ ਹਮੇਸ਼ਾ ਕੰਮ ਪੜ੍ਹੋ, ਕੰਮ ਹੈਗਾ opportuno ਸਹੀ ਹੈ, ਇਨਸਟਾਰੇ ਇਨਸਰਟ ਕਰ ਲਓ, ਮਾਰਚਾ ਵੱਡਾ। ਉੱਦਾਂ ਮਾਰਚੇ ਬਾਸੇ ਆਪਾਂ ਸਾਰੇ ਸਵਾਲ ਵੇਰੋ ਕਰਦੇ ਕਿ ਮਾਰਚਾ ਬਾਸਾ ਪਾ ਲਓ, ਪਰ ਇੱਕ ਥਾਂ ਤੇ ਮਾਰਚਾ ਸੁਪਰੀਓਰੇ ਵੀ ਪਾਉਣਾ ਪੈ ਸਕਦਾ ਵੱਡਾ, ਜਦੋਂ ਸਾਡੀ ਗੱਡੀ ਰੇਤੇ 'ਚ ਖੁੱਭੀ ਹੋਈ ਹੈ। ਇਨਫੋਸਾਮੈਂਟੋ ਨੇਵੇ ਸਾਬੀਆ, ਜੇ ਪਹਿਲੇ ਗੇਅਰ 'ਚ ਨਹੀਂ ਨਿਕਲ ਰਹੀ ਤਾਂ ਵੱਡਾ ਗੇਅਰ ਪਾ ਕੇ ਦੇਖ ਲਓ। ਉਹਦਾ ਇਨਫੋਸਾਮੈਂਟੋ ਖੁੱਭਣ ਦੇ 2 ਸਵਾਲ ਹੈ, ਦੋਨੋਂ ਹੀ ਵੇਰੋ ਹੈ, ਜੇ ਗੱਡੀ 'ਚ ਖੁੱਭ ਜਾਵੇ ਕਿਤੇ ਵੀ। ਤਾਂ ਦੂਸਰਾ ਹੈਗਾ ਥੱਲੇ ਤਪੇਤੀ ਵਗੈਰਾ ਟਾਇਰ ਤੇ ਰੱਖ ਕੇ ਦੇਖ ਲਓ, ਕੋਈ ਲੱਕੜੀ ਰੱਖ ਕੇ ਦੇਖ ਲਓ, ਉਹ ਵੀ ਸਵਾਲ ਠੀਕ ਹੈ। ਤਾਂ ਤੀਸਰਾ ਸਵਾਲ ਸਾਡਾ ਹੁਣ ਅੱਗੇ ਤੋਂ ਤੁਸੀਂ ਜਦੋਂ ਪ੍ਰੈਕਟਿਸ ਹੋ ਜਾਂਦੀ ਆ, ਆਪਾਂ ਨੂੰ ਪੜ੍ਹਨਾ ਤਾਂ ਪੂਰਾ ਆਉਣਾ ਚਾਹੀਦਾ ਹੀ ਹੈ, ਪਰ ਅਗਲੀ ਵਾਰ ਤੁਸੀਂ ਇਨਫੋਸਾਮੈਂਟੋ ਵਾਲਾ ਕਹਿਣਾ, ਅੱਛਾ 2 ਸਵਾਲ ਇਨਫੋਸਾਮੈਂਟੋ ਵਾਲੇ ਵੇਰੋ ਹੀ ਹੈ, ਪਰ ਜਦੋਂ ਪੇਪਰ ਕਰਨਾ ਉਦੋਂ ਜ਼ਰੂਰ ਮਾੜਾ ਜਿਹਾ ਕੰਮ ਜ਼ਰੂਰ ਪੜ੍ਹ ਲੈਣਾ ਕੀ ਕਿਹਾ। ਚੌਥਾ ਸਵਾਲ è consentito modificare liberamente il motore। ਗੱਲ ਚੱਲ ਰਹੀ ਹੈ ਅਲਾਉਡ ਹੈ ਮੋਡੀਫਿਕੇਸ਼ਨ ਕਰਨਾ, ਫ੍ਰੀ ਹੋ ਕੇ ਮੋਟਰ 'ਚ ਚੇਂਜ ਕਰੋ। ਤਾਂ ਤੁਹਾਨੂੰ ਇੱਥੋਂ ਹੀ ਦਿਮਾਗ 'ਚ ਗੱਲ ਖੜਕ ਗਈ ਹੋਣੀ ਕਿ ਮੋਡੀਫਿਕੇਸ਼ਨ ਕੋਈ ਅਲਾਉਡ ਨਹੀਂ ਹੈ। ਹਾਂ, ਨਾ ਸਾਇਲੈਂਸਰ, ਨਾ ਕੋਈ ਬੈਲਟਾਂ 'ਚ, ਨਾ ਕੋਈ ਮੋਟਰ 'ਚ, ਕਿਸੇ ਵੀ ਚੀਜ਼ 'ਚ ਮੋਡੀਫਿਕੇਸ਼ਨ ਨਹੀਂ ਕਰਨੀ। ਕਿਉਂ ਕਰਨੀ ਮੋਡੀਫਿਕੇਸ਼ਨ? ਕਹੂਗਾ ਸਪੀਡ ਵਧਾਉਣੀ ਜਾਂ ਪਾਵਰ ਵਧਾਉਣੀ, ਨਹੀਂ ਕਰ ਸਕਦੇ, ਮੋਡੀਫਿਕੇਸ਼ਨ ਅਲਾਉਡ ਹੈ ਹੀ ਨਹੀਂ। ਤਾਂ ਇਸ ਤਰੀਕੇ ਦਾ ਗਲਤ ਗੱਲ ਹੈ, ਤਾਂ ਹਮੇਸ਼ਾ ਫਾਲਸੋ ਹੀ ਕਰਦਾ। ਅਲਾਉਡ ਹੈ ਫ੍ਰੀ ਹੋ ਕੇ ਮੋਟਰ ਨੂੰ ਇਹ ਮਰਮੀਤਾ ਸਲੈਂਸਰ ਨੂੰ ਦਿਨ ਵੀਕਲੋ ਪੇਰ ਦੀ ਮਿਨਵੇਰ ਇੰਕਵੇਨਾਮੈਂਟੋ, ਘਟਾਉਣ ਵਾਸਤੇ ਪੋਲਿਊਸ਼ਨ ਏਅਰ ਦਾ ਨਹੀਂ। ਜੇ ਪੋਲਿਊਸ਼ਨ ਘਟਾਉਣਾ ਏਅਰ ਦਾ ਤੇ ਤੁਹਾਨੂੰ ਹੋਰ ਗੱਲਾਂ ਧਿਆਨ 'ਚ ਰੱਖਣੀ ਪਊਗੀਆਂ। ਕੀ ਗੱਲਾਂ ਹੋ ਸਕਦੀਆਂ ਕਿ ਮੋਟਰ ਸਾਡੀ ਵਧੀਆ ਚੱਲਦੀ ਹੋਵੇ ਤਾਂ ਪੋਲਿਊਸ਼ਨ ਘਟੂਗਾ, ਸਾਇਲੈਂਸਰ ਵਧੀਆ ਕੰਡੀਸ਼ਨ 'ਚ ਹੋਵੇ, ਠੀਕ ਹੈ,
ਇਨਿਓਤਰੀ ਜਿਹਨੂੰ ਆਪਾਂ ਤੇਲ ਦਾ ਫੁਆਰਾ ਮਾਰਦੇ ਇਨਿਓਤਰੀ, ਉਹ ਵਧੀਆ ਹੋਣੇ ਚਾਹੀਦੇ ਆ। 에ਅਰ ਫਿਲਟਰ ਜਿਹੜਾ ਫਿਲਟਰ ਉਹਦੀ ਆ ਰਹੀ ਆ ਉਹ ਸਹੀ ਹੋਣਾ ਚਾਹੀਦਾ। ਇਹ ਚੀਜ਼ਾਂ ਆਪਾਂ ਕਹਾਂ ਘੱਟ ਯੂਜ਼ ਕਰੋ ਗੱਡੀ ਨੂੰ। ਜੇ ਕਾਲਾ ਧੂੰਆਂ ਮਾਰਦੀ ਤਾਂ ਉਹਨੂੰ ਚੈੱਕ ਕਰਾਓ। ਤਾਂ ਪੋਲਿਊਸ਼ਨ ਵਾਸਤੇ ਤਾਂ ਹੋਰ ਗੱਲਾਂ ਹੈ, ਅਲਾਉਡ ਹੈ ਮੋਡੀਫਿਕੇਸ਼ਨ ਕਰਨਾ। ਇਹ ਸਵਾਲ ਹਮੇਸ਼ਾ ਹੀ ਗਲਤ ਹੈ, ਫਾਲਸੋ। 5ਵਾਂ ਸਵਾਲ, ਇਨ ਪ੍ਰੈਜ਼ੈਂਸਾ del segnale raffigurato, ਇਹ ਟਰਾਮ ਵਾਲਾ ਸਾਈਨ ਹੈ ਨਾ, ਟਰਾਮ ਵੀ ਰੋਡ ਦੇ ਵਿੱਚ ਆਊਗੀ। il sorpasso del tram è consentito solo a destra, ਫਾਲਸੋ ਇਹ ਫਾਲਸੋ ਹੋ ਗਿਆ। ਸੋ ਟਰਾਮ ਇਹ ਚ ਦੋ ਗੱਲਾਂ ਆ ਜਾਂਦੀਆਂ, ਥੋੜਾ ਜਿਹਾ ਆਪਣਾ ਧਿਆਨ ਰੱਖਿਓ ਪਿੱਛੋਂ ਆਵਾਜ਼ ਨਾ ਆਵੇ। ਟਰਾਮ ਜਾਂ ਤਾਂ ਰੋਡ ਚੋਂ ਵਿਚਾਲੋ ਕ੍ਰੋਸ ਕਰੂਗੀ, ਇਹ ਵੀ ਹੋ ਸਕਦਾ ਰੋਡ ਦੇ ਵਿੱਚ ਵੀ ਚੱਲ ਸਕਦੀ ਹੈ। ਤਾਂ ਇੱਕ ਸਵਾਲ ਵੇਰੋ ਬਣ ਜਾਂਦਾ ਕਿ ਰਿਦੂਚੇ ਹੋ ਜਾਂਦੀ ਸਪਾਸੀਓ, ਘਟ ਜਾਣੀ ਹੈ ਸਪੇਸ। ਹੁਣ ਟਰਾਮ ਵੀ ਵਿੱਚ ਚੱਲਣ ਲੱਗ ਪਣੀ ਹੈ ਤਾਂ ਰਿਦੂਚੇ ਹੋ ਗਈ। ਇੱਕ ਹੋਰ ਆਉਂਦਾ ਕਿ ਨੋਨ ਰੈਗੋਲਾਤੋ, ਲੈਟਾਂ ਨਹੀਂ ਲਾਈਆਂ ਉਹਨਾਂ ਨੇ ਕੋਈ ਵੀ, ਨੋਨ ਰੈਗੋਲਾਤੋ ਦਾ ਸਮਾਫਰੋ, ਉਹ ਵੀ ਸਵਾਲ ਵੇਰੋ। ਲੈਟਾ ਲੂਟਾ ਨਹੀਂ, ਨੋਰਮਲ ਬੋਰਡ ਲੱਗਿਆ ਕਿ ਹੁਣ ਟਰਾਮ ਵੀ ਆਊਗੀ। ਹੁਣ ਧਿਆਨ ਕਰਨਾ ਪੈਣਾ, ਹੁਣ ਟਰਾਮ ਨੂੰ ਪਹਿਲ ਦੇਣੀ ਪੈਣੀ ਹੈ। ਤੇ ਸਪਾਸੀਓ ਰਿਦੂਚੇ ਹੋ ਗਈ ਹੈ। ਹਾਂ, ਓਵਰਟੇਕ ਆਪਾਂ ਉਹਨੂੰ ਕਰ ਸਕਦੇ ਹਾਂ ਦੋਨੋਂ ਪਾਸਿਓਂ, ਡਿਪੈਂਡ ਕਰਦਾ ਵੀ ਰੋਡ ਕਿੱਦਾਂ ਦਾ ਜਾਂ ਕੀ ਹਾਲਾਤ ਹੈ। ਦੋਨੋਂ ਪਾਸਿਓਂ ਵੀ ਕਰ ਸਕਦੇ ਹਾਂ, ਸੱਜੇ ਪਾਸਿਓਂ ਵੀ ਕਰ ਸਕਦੇ ਹਾਂ, ਖੱਬੇ ਪਾਸੇ ਤੋਂ ਆਪਾਂ ਕਰਦੇ ਹੀ ਹਾਂ। ਸੱਜੇ ਪਾਸਿਓਂ ਵੀ ਕਰ ਸਕਦੇ ਹਾਂ ਜੇ ਸਲਵਾਜੈਂਤੇ ਹੈਗੀ ਹੈ, ਤੇ ਚੱਲਦੀ ਚ ਤਾਂ ਆਪਾਂ ਕਰ ਹੀ ਸਕਦੇ ਸੱਜੇ ਪਾਸੇ। ਤਾਂ ਸੋਲੋ ਦਾ ਇਸ ਤਰ੍ਹਾਂ ਨਹੀਂ, ਖੱਬੇ ਪਾਸੇ ਤਾਂ ਕਰਨਾ ਹੀ ਕਰਨਾ ਹੈ, ਸੱਜੇ ਪਾਸੇ ਵੀ ਕਰ ਸਕਦੇ। ਤਾਂ ਇਦਾਂ ਦੀ ਸੋਲੋ ਦਾ ਇਸ ਤਰ੍ਹਾਂ ਤੋਂ ਸਵਾਲ ਗਲਤ ਹੋ ਗਿਆ। 5ਵਾਂ ਜੀ। 6ਵਾਂ, il segnale raffigurato ਵਿਅਤਾ ਕਰਦਾ ਹੈ ਟ੍ਰਾਂਜ਼ਿਟੋ, ਕਰਦਾ ਟ੍ਰਾਂਜ਼ਿਟੋ ਮਨਾ? ਬਿਲਕੁਲ ਕਰਦਾ। ਲਾਲ ਗੋਲੇ ਸਾਰੇ ਮਨਾ ਹੀ ਕਰਦੇ ਟ੍ਰਾਂਜ਼ਿਟ। ਆ ਤੁੱਤੀ ਲਈ ਆਤੋਕਾਰੀ ਸਾਰੇ ਟਰੱਕਾਂ ਨੂੰ, ਕੌਨਫਰਗੋਨੇ ਕਿਊਜ਼ੋ ਹੋਵੇ ਜਿਹ 'ਚ। ਫਾਲਸੋ ਇਹ ਜਦੋਂ ਵੀ ਆਪਾਂ ਟਰੱਕ ਦੀ ਫੋਟੋ ਦੇਖਦੇ ਸਾਨੂੰ ਸਮਾਨ ਵਾਲੀ ਗੱਡੀ ਤੇ ਪਲੱਸ 3.5 ਬੜੇ ਦੋ ਚੀਜ਼ਾਂ ਲੱਭਣੀਆਂ ਜ਼ਰੂਰੀ ਹੈ। ਤਾਂ ਸਾਰੇ ਟਰੱਕ ਕਹਤਾ ਨਹੀਂ, ਸਾਰੇ ਨਹੀਂ, 3.5 ਤੋਂ ਸੁਪਰੀਅਰ ਉਹ ਵੀ ਸਮਾਨ ਵਾਲੇ ਹੋਵੇ, ਉੱਪਰ ਹੋਵੇ, ਫਿਰ ਜਾਣਾ ਮੰਨਾ ਹੈ। ਤੇ ਇਹ ਸਵਾਲ ਸਾਰੇ ਟਰੱਕਾਂ ਕਰਕੇ ਗਲਤ ਹੋ ਗਿਆ। 6ਵਾਂ ਗਲਤ ਹੋ ਗਿਆ। 7ਵਾਂ, ਈਜ਼ੋਲਾ ਦੀ ਟ੍ਰਾਫਿਕੋ ਇਨ ਫਿਗੂਰਾ ਇੰਡੀਕਾ ਕਰਦਾ ਹੈ। ਇਹ ਈਜ਼ੋਲਾ ਦੀ ਟ੍ਰਾਫਿਕੋ ਚਿੱਟੀਆਂ ਲੈਣਾ। una parte della carreggiata sulla quale ਜਿਹਦੇ ਉੱਪਰ si può sostare per 30 minuti। ਫਾਲਸੋ ਹੁਣ ਦੇਖੋ ਜੇ ਸਵਾਲ ਆਪਾਂ ਪੜ੍ਹੇ ਹੋਏ ਆ ਤਾਂ ਪਰ ਪਤਾ 30 ਮਿੰਟ ਦੀ ਤਾਂ ਕਦੀ ਇਦਾਂ ਦੀ ਗੱਲ ਹੀ ਨਹੀਂ ਗੀ। ਹਾਂ, ਇਹ 'ਚ ਸਵਾਲ ਇਹ ਹੈਗੇ ਆ ਕਿ ਸੀ ਦੇਵੇ ਸਵਲਤਾਰੇ, ਬੀ ਦੇਵੇ ਸਵਲਤਾਰੇ, ਇਹ ਦੇਵੇ ਅੰਦਾਰੇ ਦ੍ਰਿਤੋ ਹੈ ਨਾ, ਦੇਵੇ ਵਾਲੇ 'ਚ ਸਵਾਲ ਵੇਰੋ ਹੋਣੇ। ਇਹ 'ਚ ਜੇ ਕਵੇ ਸੀ ਪੋ ਅੰਦਾਰੇ ਦ੍ਰਿਤੋ, ਬੀ ਪੋ ਸਵਲਤਾਰੇ ਸਿਨਿਸਤਰਾ, ਉਹ ਗਲਤ ਹੈ ਕਿਉਂਕਿ ਇਜ਼ੋਲਾ ਦੀ ਟ੍ਰੈਫਿਕ ਉੱਪਰੋਂ ਲੰਘ ਨਹੀਂ ਸਕਦੇ। ਤੇ ਇਹ 'ਚ ਪੋ ਵਾਲੇ ਫਾਲਸੋ ਹੈ, ਦੇਵੇ ਵਾਲੇ ਵੇਰੋ ਹੋਣੇ ਹੈ ਨਾ। ਇਹ ਕੀ ਹੈ? ਇਜ਼ੋਲਾ ਦੀ ਟ੍ਰੈਫਿਕ ਚਿੱਟੀਆਂ ਲੈਣਾ, ਇਹਦੇ ਉੱਪਰ ਗੱਡੀ ਚੜ੍ਹਨੀ ਵੀ ਨਹੀਂ ਚਾਹੀਦੀ ਕਿ ਪੈਦਲ ਵੀ ਨਹੀਂ ਜਾ ਸਕਦਾ ਉਹਦੇ ਉੱਪਰ। ਤਾਂ ਇਹ ਤੁਹਾਨੂੰ ਧਿਆਨ ਆ ਗਿਆ, ਇਜ਼ੋਲਾ ਦੀ ਟ੍ਰੈਫਿਕ 30 ਮਿੰਟ ਦਾ ਸੋਚ ਤਾਂ ਕੋਈ ਵੀ ਨਹੀਂ ਕਰ ਸਕਦਾ, ਗਲਤ। 8ਵਾਂ, ਇਲ ਪਨੈਲੋ ਰਫਿਗੁਰਾਤੋ, ਇਹ ਉੱਪਰ ਵਾਲਾ ਜਿਹੜਾ ਇੰਡੀਕਾ ਕਰਦਾ ਉਨਾ ਸਤਰਾਦਾ ਇਨ ਸਾਲੀਤਾ, ਫਾਲਸੋ ਚੜਾਈ ਵਾਲਾ ਰੋਡ। ਇਹ ਥੋੜੀ, ਉਹ ਤਾਂ ਸਾਈਨ ਹੋਰ ਹੈਗੇ ਆ। ਇਹ ਤਾਂ ਕੀ ਕੋਈ ਵੀ ਓਬਲੀਗੋ, ਕੋਈ ਵੀ ਪੈਰੀਕੋਲੋ, ਕੋਈ ਵੀ ਦਿਵੀਏਤੋ ਹੈ ਨਾ, ਕੋਈ ਵੀ ਪ੍ਰੈਸਕ੍ਰਿਪਸ਼ਨ ਇੱਥੋਂ ਸ਼ੁਰੂ ਹੋ ਜਾਣੀ ਹੈ। ਖੱਬੇ ਪਾਸੇ ਨੂੰ ਤੀਰ ਜਾਂ ਉੱਪਰ ਨੂੰ ਤੀਰ, ਇਹਦਾ ਮਤਲਬ ਹੁੰਦਾ ਸ਼ੁਰੂ। ਸੱਜੇ ਪਾਸੇ ਨੂੰ ਤੀਰ ਜਾਂ ਉਹ, ਇਹ ਸ਼ੁਰੂ ਤੇ ਕੰਟੀਨਿਊ ਤੇ ਖਤਮ 3 ਹੁੰਦੇ ਨਾ। ਤੇ ਇਹ ਇਨੀਸ਼ੀਓ ਦੈਲ ਕੋਈ ਵੀ ਪ੍ਰੈਸਕ੍ਰਿਪਸ਼ਨ ਕਹਿ ਸਕਦੇ, ਸ਼ੁਰੂ ਹੋ ਜਾਂਦੀ ਇੱਥੋਂ। ਤਾਂ ਜੇ ਕਈ ਵਾਰ ਭੁਲੇਖਾ ਰਹਿ ਜਾਵੇ ਤਾਂ ਵੈਸੇ ਦਿਖਾ ਦਿੰਦੇ, ਜਿੱਦਾਂ ਆਹ ਘੜੀ ਹੁੰਦੀ ਹੈ, ਆਹ ਪਾਸੇ ਵੀ ਸ਼ੁਰੂ ਹੈ, ਆਹ ਪਾਸੇ ਵੀ ਸ਼ੁਰੂ ਹੈ। ਮਤਲਬ ਜਿੱਥੇ ਘੜੀ ਦੇ 9 ਹੁੰਦੇ ਆ ਤੇ 12 ਹੁੰਦੇ ਉੱਥੇ ਸ਼ੁਰੂ, ਤੇ ਜਿੱਥੇ 3 ਹੋਣੇ ਆ ਤੇ 6 ਹੋਣੇ ਆ ਉੱਥੇ ਫੀਨੇ। ਮਤਲਬ ਆਹ ਦੋ ਸ਼ੁਰੂ, ਇੱਧਰ ਨੂੰ ਤੇ ਇੱਧਰ ਨੂੰ ਖਤਮ। ਚਾਹੇ ਇੱਧਰ ਨੂੰ ਤੀਰ ਹੋਵੇ ਤਾਂ ਵੀ ਖਤਮ, ਥੱਲੇ ਨੂੰ ਤੀਰ ਹੋਵੇ ਤਾਂ ਵੀ ਖਤਮ। ਹਾਂ, 2 ਲੱਗੇ ਹੋਣ ਇੱਧਰ ਨੂੰ ਤੇ ਇੱਧਰ ਨੂੰ, ਉਹ ਕੰਟੀਨਿਊ ਦਾ ਤਾਂ ਪਤਾ ਹੀ ਹੈ। ਕੰਟੀਨਿਊ ਕਵਾਂਗਾ ਪਰ ਉਹਨੂੰ, ਜਿਹੜੇ 2 ਤੀਰ ਹੁੰਦੇ ਆ ਉੱਪਰ ਨੂੰ ਜਾਂ ਥੱਲੇ ਨੂੰ, ਇਹਦਾ ਮਤਲਬ ਕੰਟੀਨਿਊ ਹੈ, ਪਰਮਾਨੈਂਟ ਨਹੀਂਗਾ। ਕੰਟੀਨਿਊ ਤੇ ਪਰਮਾਨੈਂਟ 'ਚ ਫਰਕ ਹੁੰਦਾ ਨਾ। ਹਾਂ, ਕੋਈ ਬੰਦੇ ਨੂੰ ਕੰਮ 24 ਘੰਟੇ ਲਗਾਤਾਰ ਕੰਮ ਕਰਾ ਲਿਆ, ਉਹਨੂੰ ਪਰਮਾਨੈਂਟ ਥੋੜੀ ਕਰਤਾ। ਪਰਮਾਨੈਂਟ ਤੇ ਕੰਟੀਨਿਊ ਧਿਆਨ ਰੱਖਣਾ, ਫਰਕ ਹੁੰਦਾ ਹੈ। ਤੇ ਇਹ ਸਵਾਲ ਇਨੀਸ਼ੀਓ ਹੋ ਗਿਆ, ਕੋਈ ਵੀ ਦਿਵਯ ਤੋਂ ਓਬਲੀਗੋ ਸ਼ੁਰੂ ਹੁੰਦੀ ਇਸ ਪੁਆਇੰਟ ਤੋਂ। ਇਹ ਸਵਾਲ ਸਲੀਤਾ ਕਰਕੇ ਗਲਤ ਹੋ ਗਿਆ। 9ਵਾਂ ਸਵਾਲ, ਕੁਆਂਦੋ ਜਦੋਂ ਜੁੰਤੀ ਪਹੁੰਚ ਗਏ ਇਨ ਪ੍ਰੋਸੀਮਿਤਾ, ਨੇੜੇ ਦੀ ਨੂੰ ਇਨਕਰੋਚੋ, ਚਰਾਹੇ ਕੋਲ ਪਹੁੰਚ ਗਏ। ਚੀ ਕੋਰਜੀਆਮੋ, ਪਤਾ ਲੱਗਿਆ ਦੀ ਅਵੇਰਸ ਬਲਿਆਤੋ ਲਾ ਕੋਰਸੀਆ ਦੀ ਪ੍ਰੀ ਸਿਲੈਕਸ਼ਨੇ, ਗਲਤ ਹੋ ਗਿਆ। ਕਰੋਸੀਆ ਸਿਲੈਕਸ਼ਨ ਗਲਤ ਹੋ ਗਿਆ। ਜਾਣਾ ਸੀ ਆਪਾਂ ਸਿੱਧੇ, ਉਹ ਕੁਰਸੀਆ ਚੁਣ ਲਿਆ ਜਿਹੜਾ ਖੱਬੇ ਨੂੰ ਮੁੜਦਾ ਹੈ, ਗਲਤ ਹੋ ਗਿਆ ਨਾ। ਸਬਲਿਆਤੋ ਹੋ ਗਿਆ, ਜੋ ਵੀ ਗਲਤ ਹੋ ਗਿਆ।
dobbiamo ਹੁਣ ਕੀ ਜ਼ਰੂਰੀ ਹੈ ਇੱਥੋਂ ਪੜ੍ਹਨਾ dobbiamo ਜ਼ਰੂਰੀ ਹੈ seguire ਫੋਲੋ ਕਰੋ direzione direction ਹਾਂਜੀ ਤਾਂ dobbiamo seguire la direzione consentita dal eventuale segnaletica orizzontale ਫਾਲਸੋ ਜਦੋਂ ਗਲਤ ਕੁਰਸੀਆ ਹੋ ਗਿਆ dobbiamo ਕੀ ਜ਼ਰੂਰੀ ਹੈ seguire ਫੋਲੋ ਕਰੋ ਡਾਇਰੈਕਸ਼ਨ ਅਲਾਉਡ ਹੈ ਕਿਹੜੀ ਡਰਾਊਡ ਹੈ segnaletica orizzontale ਜ਼ਮੀਨੀ ਨਿਸ਼ਾਨ ਜੋ ਕਹਿ ਰਹੇ ਆ ਉਧਰ ਨੂੰ ਜਾਓ ਸਹੀ ਹੈ ਨਾ ਗੱਲ ਜੋ ਜ਼ਮੀਨੀ ਨਿਸ਼ਾਨ ਕਹਿ ਰਹੇ ਖੱਬੇ ਪਾਸੇ ਮੁੜਨ ਨੂੰ ਕਹਿ ਰਹੇ ਤਾਂ ਖੱਬੇ ਪਾਸੇ ਮੁੜੋ ਜਿੱਧਰ ਨੂੰ ਵੀ ਸਿੱਧਾ ਜਾਣ ਨੂੰ ਕਹਿ ਰਹੇ ਤਾਂ ਸਿੱਧਾ ਜਾਓ dobbiamo seguire ਦਲ ਜਿਹੜਾ segnaletica orizzontale ਕਹਿੰਦਾ ਹੈ ਬਸ ਠੀਕ ਹੈ ਹੋਰ ਸਵਾਲ ਆਉਂਦੇ ਆ ਉਹ ਸਬੂਲਤਾ ਕਰੋ ਜਿਹੜਾ intendevamo fare ਜਿਹੜਾ ਕਰਨਾ ਚਾਹੁੰਦੇ ਸੀ ਉਹ ਤਾਂ ਨਹੀਂ ਗਲਤ ਗੱਲ ਹੈ ਉਹ ਕਹੂਗਾ non deve fermare ਨਾ ਰੁਕੋ ਠੀਕ ਹੈ ਕਈ ਵਾਰ ਕਹੂਗਾ retrocedere ਕਰ ਲਓ ਬੈਕ ਕਰ ਲਓ ਉਹ ਵੀ ਗਲਤ ਹੈ ਸੱਜੇ ਪਾਸੇ ਦਸਤਰਾ ਹੋ ਜਾਓ ਤੇ ਰੁਕ ਜਾਓ ਉਹ ਵੀ ਗਲਤ ਹੈ ਵੇਟ ਕਰੋ ਅਟੈਂਡ ਕਰੋ ਸਭ ਗਲਤ ਹੈ ਜਦੋਂ ਵੀ ਤੁਸੀਂ ਗਲਤ ਕੁਰਸੀਆ ਚੁਣ ਲਿਆ ਉਧਰ ਲਾਈਟ ਹੋ ਗਈ ਹਰੀ ਉਧਰ ਨੂੰ ਹੀ ਜਾਓ ਜਿੱਧਰ ਨੂੰ ਤੁਸੀਂ ਕੁਰਸੀਆ ਚੁਣਿਆ ਹੋਇਆ ਉਸ ਟਾਈਮ ਫਿਰ ਤੁਸੀਂ ਜਿੱਧਰ ਜਾਣਾ ਚਾਹੁੰਦੇ ਉਧਰ ਨਹੀਂ ਤੇ ਇਹ ਸਵਾਲ ਕਿਹੜੇ ਵੇਰੋ ਤੁਹਾਨੂੰ ਯਾਦ ਆ ਗਿਆ ਹੋਣਾ ਤਾਂ 9ਵਾਂ ਸਵਾਲ ਠੀਕ ਹੈ dobbiamo seguire la direzione ਜੋ ਜ਼ਮੀਨੀ ਨਿਸ਼ਾਨ ਜ਼ਮੀਨੀ ਫਰਿੱਚੇ ਕਹਿ ਰਹੇ ਜੋ ਉਧਰ ਨੂੰ ਹੀ ਜਾਣਾ ਚਾਹੀਦਾ 9ਵਾਂ ਸਵਾਲ ਹੋ ਗਿਆ ਵੇਰੋ ਜੀ 10ਵਾਂ la fermata è consentita fermata ਹੈ allowed sulle corsie di accelerazione ਦੇ ਉੱਪਰ purché brevissima ਫਾਲਸੋ ਫਾਲਸੋ ਹੀ ਹੈ ਇਹ ਫਰਮਾਤਾ ਹੁੰਦਾ ਮਤਲਬ ਸਵਾਰੀ ਲਾਣੀ ਜਾਂ ਉਤਾਰ ਮਤਲਬ ਚੜਾਣੀ ਜਾਂ ਉਤਾਰਨੀ ਹੈ ਨਾ ਇਹ ਚੀਜ਼ ਫਰਮਾਤਾ ਹੁੰਦਾ ਅਲਾਉਡ ਹੈ ਕੁਰਸੀ ਨਹੀਂ ਇਹਦੇ ਉੱਪਰ ਤਾਂ ਕੁਰਸੀ ਦੀ ਐਕਸਲਰੇਸ਼ਨ ਦੇ ਉੱਪਰ ਫਰਮਾਤਾ ਸੋਸਤਾ ਬੈਕ ਯੂ ਟਰਨ ਸੁਰਪਾਸੋ ਸਭ ਮਨਾ ਹੈ ਪਰ ਥੋੜਾ ਜਿਹਾ ਜਦੋਂ ਵੀ ਕਹੇ ਥੋੜਾ ਜਿਹਾ ਹੀ ਪਰ ਨਹੀਂ ਥੋੜਾ ਜਿਹਾ ਕਦੀ ਵੀ ਗੱਲ ਸਹੀ ਨਹੀਂ ਹੁੰਦੀ ਝੂਠ ਬੋਲਣਾ ਅਲਾਉਡ ਹੈ ਪਰ ਥੋੜਾ ਜਿਹਾ ਨਹੀਂ ਪੁਰਕੇ ਬਰੀਵੀਸੀਮਾ ਇਹ ਕਦੀ ਵੀ ਗੱਲ ਠੀਕ ਨਹੀਂ ਪਰ ਥੋੜਾ ਜਿਹਾ ਕਦੀ ਵੀ ਨਹੀਂ ਚੱਲਣਾ ਸਵਾਲ ਵੈਸੇ ਵੀ ਗਲਤ ਹੈ ਉਹਦਾ ਵੀ ਸਾਨੂੰ ਪਤਾ ਹੈ ਕੁਰਸੀਆਂ ਦੀ ਐਕਸਲਰੇਸ਼ਨ ਵਿੱਚ ਕੀ ਹੈ ਇਹ ਹੁੰਦਾ ਕੀ ਹੈ ਆਟੋ ਸਟਰਾਦਾ ਜਾਂ ਸਟਰਾਦਾ ਐਕਸਟਰਾਵਾਨਾ ਪ੍ਰਿੰਸੀਪਲ ਚ ਐਂਟਰ ਕਰਨਾ ਸੌਖਾ ਕਰਦਾ ਇਹ ਸਪੈਸ਼ਲ ਕੁਰਸੀ ਹੈ ਇਹ ਠੀਕ ਹੈ ਜੀ ਫਰਮਾਤਾ ਹੋ ਗਿਆ ਚਲੋ 10ਵਾਂ ਹੋ ਗਿਆ ਜੀ ਅਗਲਾ 11ਵਾਂ ਇਹ ਗੁਆਂਤੀ ਦਾ ਮੋਟੋਚਿਕਲਿਸਤੀ ਮੋਟਰਸਾਈਕਲ ਵਾਲੇ ਦੀਆਂ ਗੁਆਂਤੀਆਂ ਓਮੋਲੋਗਾਤੀ ਜੇ ਅਪਰੂਵਡ ਮਿਲੀਆਂ ਤੁਸੀਂ ਪਾਸ ਹੋਈਆਂ ਵੀ ਲਈਆਂ ਪ੍ਰੋਟੈਗੋਨੋ ਪ੍ਰੋਟੈਕਟ ਕਰਦੇ ਆ ਇਨ particolare modo ਖਾਸ ਤਰੀਕੇ ਨਾਲ dorso della mano in caso di impatto con corpi duri ਵੇਰੋ ਹੁਣ ਤੁਹਾਨੂੰ ਵਰਡ ਯਾਦ ਸਿਰਫ 200 ਆ ਗਿਆ ਹੋਣਾ ਇਹਦੇ ਨਾਲ ਇੱਕ ਹੋਰ ਵਰਡ ਕਿਹੜਾ ਹੈ ਗੁਆਂਤੀ ਦੇ ਨਾਲ ਪਾਲਮੋ ਹਥੇਲੀ 200 ਵੀ ਠੀਕ ਹੈ ਪਾਲਮੋ ਵੀ ਠੀਕ ਹੈ ਜੇ ਕਹਿ ਦੇਵੇ ਗੋਮੀਤੋ ਕੂਣੀ ਉਹ ਗਲਤ ਹੈ ਸਵਾਲ ਪੜ੍ਹਨ ਦੀ ਵੀ ਲੋੜ ਨਹੀਂ ਰਹਿੰਦੀ ਜਦੋਂ ਪ੍ਰੈਕਟਿਸ ਕਰਦੇ ਪਰ ਪ੍ਰੈਕਟਿਸ ਕਰਨ ਨਾਲ ਹੀ ਪਤਾ ਲੱਗਦਾ ਕਿ 200 ਤੇ ਪਾਲਮੋ ਵਾਲਾ ਵੇਰੋ ਹੈ ਇਹ ਬਾਕੀ ਠੰਡ ਤੋਂ ਤਾਂ ਬਚਾਉਂਦੇ ਆ ਹਰ ਸੀਜ਼ਨ ਦੀਆਂ ਹੁੰਦੀਆਂ ਇਹ ਠੀਕ ਹੈ ਇਹਦੇ ਨਾਲ ਵਧੀਆ ਪਕੜ ਬਣਦੀ ਹੈ ਇੰਨੇ ਸਵਾਲ ਹੋ ਗਏ 200 ਦੈਲਾ ਮਾਨੋ ਨੂੰ ਬਚਾਉਂਦੀ ਹੈ ਬਸ ਕੋਰਪੀ ਦੂਰੀ ਸਖਤ ਜਗ੍ਹਾ ਜੇ ਹੱਥ ਵੱਜਦਾ ਤਾਂ 200 ਪੁੱਠੇ ਹੱਥ ਨੂੰ ਬਚਾ ਲੈਂਦੀ ਹੈ ਠੀਕ ਹੈ ਗੱਲ 11ਵਾਂ ਸਵਾਲ ਠੀਕ ਹੈ ਜੀ 12ਵਾਂ ਸੇ ਆਦੀ ਇਨਫੋਰਟੂਨਾਟੋ ਦੈਲਾ ਸਟਰਾਦਾ ਇਨਫੋਰਟੂਨਾਟੋ ਜ਼ਖਮੀ ਜਿਹਨੂੰ ਆਪਾਂ ਵਿਤੀਮਾ ਵੀ ਕਹਿ ਦਿੰਦੇ ਆ ਜਾਂ ਹੋਰ ਕੀ ਕਹਿ ਸਕਦੇ ਆ ਇਨਫੋਰਟੂਨਾਟੋ ਵਿਤੀਮਾ ਹੋਰ ਕੀ ਕਹਿ ਸਕਦੇ ਆ ਚਲੋ ਹੁਣ ਮੇਰੇ ਧਿਆਨ ਆਉਂਦਾ ਪਿਆ ਜੇ ਜ਼ਖਮੀ ਰੋਡ ਦੇ ਉੱਪਰ ਐਂਤਰਾਤੋ ਉਹਦੇ ਐਂਟਰ ਕਰ ਗਿਆ ਕੋਰਪੋ ਐਸਟਰਾਨੀਓ ਐਨੋਨੋਖੀਓ ਕੋਰਪੋ ਐਸਟਰਾਨੀਓ ਕੋਈ ਬੋਡੀ ਇਦਾਂ ਦੀ ਕੋਈ ਬੋਡੀ ਯਾਨੀ ਕਿ ਪੱਥਰ ਲੱਕੜੀ ਦਾ ਟੁਕੜਾ ਕੱਚ ਦਾ ਟੁਕੜਾ ਐਨੋਨੋਖੀਓ ਅੱਖ ਦੇ ਵਿੱਚ ਚਲਾ ਗਿਆ ਬਿਜ਼ੋਨੀਆ ਕੀ ਕੰਮ ਕੀ ਹੈ ਚਿਰਕਾਰੇ ਸੈਂਪਰੇ ਇਹ ਕੋਮੂਕੋ ਦੀ ਤੋਲੀਅਰਲੋ ਹਮੇਸ਼ਾ ਫੇਰ ਵੀ ਤੋਲੀਅਰੇ ਕਰੋ ਨਹੀਂ ਚਾਹੇ ਸਰੀਰ ਦੇ ਵਿੱਚ ਕਿਤੇ ਵੀ ਕੋਈ ਚੀਜ਼ ਖੁੱਭ ਜਾਂਦੀ ਹੈ ਤਾਂ ਉਹਨੂੰ ਤੋਲੀਅਰੇ ਨਹੀਂ ਕਰਨਾ ਆਪਾਂ ਤਾਂ ਅਵਿਤਾਰੇ ਕਰਨਾ ਸੀ ਇਹ ਕੰਧਾਂ ਨੂੰ ਕੱਢ ਲਓ ਉਹਦਾ ਅੱਖ ਦੇ ਵਿੱਚ ਕੁਝ ਪੈ ਜਾਵੇ ਤਾਂ ਆਪਾਂ ਕਹਿੰਦੇ ਆ ਬਿੰਦਾਰਲੀਅਲੋ ਜਿਹੜਾ ਕੱਪੜਾ ਜਿਹਾ ਲਪੇਟ ਦੋ ਉਹ ਠੀਕ ਹੈ ਨੋਨ ਤੋਕਾਰੇ ਔਖੀਓ ਏਦਾਂ ਕਵਾਂਗੇ ਨੋਨ ਤੋਕਾਰੇ ਔਖੀਓ ਠੀਕ ਹੈ ਤੇ ਬਸ ਹੋਰ ਕੁਝ ਨਹੀਂ ਇਦਾਂ ਦੀ ਗੱਲ ਤੇ 12ਵਾਂ ਸਵਾਲ ਹੋ ਗਿਆ ਕਹਿੰਦਾ ਤੋਲੀਅਰੋ ਕਰੋ ਫਾਲਸੋ ਹੋ ਗਿਆ ਜੀ 13ਵਾਂ ਸਵਾਲ alla guida di un veicolo ਗੱਡੀ ਚਲਾਉਣ ਵੇਲੇ in vicinanza di una piazzola fermata di autobus per scolari ਯਾਨੀ ਕਿ ਨੇੜੇ ਬੱਸ ਸਕੂਲ ਬੱਸ ਦਾ ਫਰਮਾਤਾ ਆ ਗਿਆ ਬੱਚੇ ਆ ਗਏ non si deve rallentare ਫਾਲਸੋ ਗੱਲ ਇੱਥੋਂ ਗਲਤ ਹੋ ਗਈ ਹੌਲੀ ਨਹੀਂ ਹੋਣਾ ਕਹਿੰਦਾ ਹੌਲੀ ਤਾਂ ਹਮੇਸ਼ਾ ਹੀ ਹੋਣਾ ਅੱਗੇ ਪੜਨ ਦੀ ਲੋੜ ਰਹਿ ਹੀ ਨਹੀਂ ਗਈ ਹੈ ਫਾਲਸੋ ਹੌਲੀ ਨਹੀਂ ਹੋਣਾ ਕਹਿੰਦਾ ਗਲਤ ਸਵਾਲ
14ਵਾਂ il segnale raffigurato non consente di svoltare a destra, ਨਹੀਂ ਅਲਾਉਡ ਹੈ ਮੁੜਨਾ ਸੱਜੇ ਪਾਸੇ। vero, ਹਾਂ, ਜਦੋਂ ਓਬਲੀਗੋ ਹੈ ਤਾਂ ਮਨਾ ਵੀ ਹੈਗਾ, ਜਦੋਂ ਓਬਲੀਗੋ ਹੈ ਤਾਂ ਮਨਾ ਵੀ ਤਾਂ ਹੋਊਗਾ ਹੀ। ਖੱਬੇ ਪਾਸੇ ਓਬਲੀਗੋ ਹੈ ਤਾਂ ਸਿੱਧਾ ਤੇ ਸੱਜੇ ਮਨਾ ਵੀ ਹੈ, ਸੈਂਸ ਉਨੀਕੋ ਦੀ ਕੋਈ ਗੱਲ ਨਹੀਂ ਹੈ। ਤੇ ਹਾਂ, ਜਦੋਂ ਕੰਸੀਲੀਓ ਹੁੰਦਾ ਫਿਰ ਮਨਾ ਨਹੀਂ ਹੁੰਦਾ, ਇਹ ਧਿਆਨ ਰੱਖਣਾ। ਜਦੋਂ ਕੰਸੀਲੀਓ ਹੋਵੇ ਤਾਂ ਮਨਾ ਹੀ ਨਹੀਂ ਹੁੰਦੀ, ਉਹ ਤਾਂ ਸਲਾਹ ਹੀ ਹੈ। ਉਹ 'ਚ ਸਮਝ ਗਏ ਤੁਸੀਂ ਗੱਲ। ਤਾਂ ਅਲਾਉਡ ਨਹੀਂ ਹੈ ਸੱਜੇ ਪਾਸੇ, ਅਲਾਉਡ ਵੀ ਹੈ ਨਹੀਂਗਾ। ਇਹ ਕੀ ਹੈ? ਡਾਇਰੈਕਸ਼ਨ ਹੈ, ਇਹ ਡਾਇਰੈਕਸ਼ਨੇ ਸਿਨਿਸਟਰਾ ਹੈ ਨਾ, ਡਾਇਰੈਕਸ਼ਨ ਹੈ ਇਹ। ਚੌਂਕ ਦੇ ਉੱਪਰ ਮਿਲੂਗੀ, ਚਰਾਹੇ ਦੇ ਉੱਪਰ, ਠੀਕ ਹੈ। ਪਸਾਰੇ ਨਹੀਂਗਾ, ਇਹ ਸਵੋਲਤਾਰੇ ਹੈ। ਤਾਂ 14ਵਾਂ ਸਵਾਲ ਆਪਣਾ ਹੋ ਗਿਆ ਜੀ। 15ਵਾਂ ਨਈ ਸਮੋਫਰੀਨ ਫਿਗੂਰਾ ਲੈ ਫ੍ਰੇਚੇ ਜਾਲੇ ਫੀਸੇ ਅਚੇਜ਼ੇ, ਪੀਲੀਆਂ ਲੈਟਾਂ ਫਿਕਸ ਜਿਹੜੀਆਂ ਜਗਦੀਆਂ, ਕਦੋਂ ਫਿਕਸ ਕਦੋਂ ਜਗਦੀਆਂ? 5 ਸਕਿੰਟ ਵਾਸਤੇ। ਜਿਹੜੀ ਹਰੀ ਤੋਂ ਬਾਅਦ 5 ਸਕਿੰਟ ਜਗਦੀਆਂ, 3 ਸਕਿੰਟ ਹੀ ਹੁੰਦੇ, 5 ਵੀ ਨਹੀਂ ਹੁੰਦੇ ਆ। ਤੇ ਹਰੀ ਤੋਂ ਬਾਅਦ ਜਿਹੜੀ 3-4 ਸਕਿੰਟ ਜਗਣੀ ਹੈ ਪੀਲੀ, ਫਿਰ ਲਾਲ ਜਗ ਜਾਣੀ ਹੈ। ਤਾਂ ਉਹ ਪੀਲੀ ਦਾ ਮਤਲਬ ਉਹਦੀ ਗੱਲ ਕਰ ਰਿਹਾ ਫੀਸੇ। ਲੰਪੇ ਜਾਂਤੇ ਹੁੰਦੇ ਜਿਹੜੇ ਰਾਤ ਨੂੰ ਲਗਾਤਾਰ ਹੀ ਜਗਦੇ ਰਹਿੰਦੇ ਆ, ਜਗਦੀਆਂ ਪੁੱਜਦੀਆਂ, ਉਹ ਤਾਂ ਕਾਫੀ ਟਾਈਮ ਜਗੀ ਜਾਣੇ, ਸਾਰੀ ਰਾਤ ਹੀ ਲੱਗਦੇ ਉਹ ਲੱਗ ਗਿਆ, ਫੀਸੇ ਲੱਗ ਗਏ 5 ਸਕਿੰਟ ਬਾਅਦ। ਤੇ ਇਹ ਕੀ ਕੰਮ ਹੁੰਦੇ ਆ? ਤਾਂ ਸਵਾਲ ਪੜ੍ਹਦੇ ਆ। ਇੰਦੀ ਕਾਨੋ ਕਰਦੇ ਆ ਲਿਬਰਾਰੇ ਇੰਕਰੋਚੋ, ਖਾਲੀ ਕਰ ਦਿਓ ਚਰਾਹੇ ਨੂੰ। qualora sia stato già impegnato, ਜੇ ਐਂਟਰ ਕਰ ਚੁੱਕੇ ਆ, ਉਹ ਰੈਸਟਾਰਸੀ ਇਨ ਕੰਡੀਸ਼ਨੀ। ਤਾਂ ਹੁਣ ਜ਼ਿਆਦਾ ਇਹੀ ਹੈ, ਜਦੋਂ ਵੀ ਗੱਲ ਆ ਜਾਵੇ ਜਾਂ ਖਾਲੀ ਕਰ ਦਿਓ ਜਾਂ ਰੋਕ ਲਓ, ਪਰ ਇਨ ਕੰਡੀਸ਼ਨੀ ਦੀ ਸਿਕੁਰੇਸਾ। ਆ ਵੀ ਜਿਹੜਾ ਵਰਡ ਹੈ ਨਾ, ਇਨ ਕੰਡੀਸ਼ਨੀ ਦੀ ਸਿਕੁਰੇਸਾ, ਹਰ ਕੰਮ ਆਪਾਂ ਜ਼ਿੰਦਗੀ 'ਚ ਕਰਕੇ ਦੇਖਣਾ, ਪਰ ਇਨ ਕੰਡੀਸ਼ਨੀ ਦੀ ਸਿਕੁਰੇਸਾ ਹੈ ਨਾ। ਤਾਂ ਲੋਕ ਉੱਪਰੋਂ ਪਲੇਨ ਦੇ ਉੱਪਰੋਂ ਛਾਲ ਵੀ ਮਾਰ ਦਿੰਦੇ ਆ, ਏਦਾਂ ਹੀ ਨਹੀਂ ਮਾਰ ਦਿੰਦੇ, ਇਨ ਕੰਡੀਸ਼ਨੀ ਦੀ ਸਿਕੁਰੇਸਾ। ਪੈਰਾਸ਼ੂਟ ਮਾਰ ਕੇ ਤੁਸੀਂ ਛਾਲ ਵੀ ਮਾਰ ਲਓ। ਤਾਂ ਕੋਈ ਵੀ ਕੰਮ ਹੈ ਇਨ ਕੰਡੀਸ਼ਨੀ ਦੀ ਸਿਕੁਰੇਸਾ ਕਰੋ, ਚਾਹੇ ਤੁਸੀਂ ਪਹਾੜ ਤੇ ਚੜ੍ਹ ਜਾਓ, ਇੱਥੇ ਮਰਜੀ ਚੜ੍ਹ ਜਾਓ, ਉਹ ਆਪਣੀਆਂ ਲੈ ਕੇ, ਤਾਂ ਕੋਈ ਮੁਸ਼ਕਲ ਨਹੀਂ। ਉੱਦਾਂ ਇਹਦੇ ਵਿੱਚ ਹੈ ਖਾਲੀ ਕਰਨਾ ਹੈ, ਲਿਬਰਾਰੇ ਕਰੋ ਜੇ ਤੁਸੀਂ ਵੜ ਗਏ, ਜਾਂ ਫਿਰ ਰੁਕ ਜਾਓ, ਇਨ ਕੰਡੀਸ਼ਨੀ ਦੀ ਸਿਕੁਰੇਸਾ ਜਿੱਥੋਂ ਮਰਜੀ ਵੀਰੋ ਕਰ ਲਓ। 15ਵਾਂ ਸਵਾਲ ਹੋ ਗਿਆ ਜੀ। ਇਲ conducente deve regolare la velocità, ਸਪੀਡ ਨੂੰ ਕਿੱਦਾਂ ਰੈਗੂਲਾਰੇ ਕਰਨਾ, ਕਿੱਦਾਂ ਸੈੱਟ ਕਰਨਾ ਹੈ। ਇਨ ਰਿਲੇਸ਼ਨੇ ਕਿਹਦੇ ਹਿਸਾਬ ਨਾਲ? ਕੰਡੀਸ਼ਨੇ ਐਟਮੋਸਫੈਰਿਕ, vero, ਬੈਠਾ ਬਣਨ ਦੀ ਕੰਡੀਸ਼ਨ, ਮੌਸਮ ਕਿਦਾਂ ਦਾ, ਇਹ ਤਾਂ ਗੱਲ ਠੀਕ ਹੈ। ਹੋਰ ਵੀ ਕਈ ਗੱਲਾਂ ਹੈ, ਟਾਇਰਾਂ ਦੀ ਹਾਲਤ, ਬ੍ਰੇਕਾਂ ਦੀ ਹਾਲਤ। ਬ੍ਰੇਕਾਂ ਕਿਹੜੀਆਂ? ਪੈਰਾਂ ਦੀ ਬ੍ਰੇਕਾਂ ਜਿਹੜੀਆਂ ਹੈਗੀਆਂ ਉਹ ਕਿਦਾਂ ਦੀਆਂ। ਹੈਂਡ ਬ੍ਰੇਕ ਦੀ ਨਹੀਂ, ਹੈਂਡ ਬ੍ਰੇਕ ਤਾਂ ਅਸੀਂ ਜਦੋਂ ਖੜੀ ਕਰਨੀ ਹੈ, ਚੱਲਦੇ ਵੇਲੇ ਪੈਰਾਂ ਦੀ ਬ੍ਰੇਕ, ਜਿਹਨੂੰ ਫਰੇਨੋ ਦੀ ਸਰਵਿਸਿਓ ਕਹਿੰਦੇ ਆ। ਬਾਕੀ ਟਾਇਰਾਂ ਦੀ, ਮੌਸਮ, ਅਗਲੀ ਗੱਡੀ ਦੀ ਸਪੀਡ, ਸਾਡੀ ਗੱਡੀ ਦੀ ਸਪੀਡ, ਉਹ ਤਾਂ ਸਪੀਡ ਤਾਂ ਸੈੱਟ ਕਰਨੀ। ਚਲੋ, ਤੇ ਇਹਨਾਂ ਚੀਜ਼ ਜੋ ਆਪਾਂ ਡਿਸਟੈਂਸ ਰੱਖਦੇ ਸਾਰੀਆਂ ਉਹਦੇ ਨਾਲ ਰਿਲੇਟਡ ਗੱਲਾਂ ਹੈ। ਤੇ ਠੀਕ ਹੈ ਇਹ ਗੱਲ ਮੌਸਮ ਦੇ ਨਾਲ। 17ਵਾਂ ਸਵਾਲ ਇਲ conducente di un motociclo, ਮੋਟਰਸਾਈਕਲ ਦਾ ਡਰਾਈਵਰ, ਕਿ ਪਾਰਤੇ, ਜਿਹੜਾ ਪਾਰਤੇ ਹੁੰਦਾ, ਜਿਹੜਾ ਤੁਰਦਾ ਹੈ, ਦਲ ਮਾਰਜਿਨੇ ਦੈਲਾ ਕਰੇ ਜਾਤਾ, ਕਿਨਾਰੇ ਤੋਂ ਰੋਡ ਦੇ ਚੱਲਿਆ। ਇਸੀ ਇਮੇਤੇ ਨਾਲ ਫਲੂਸੋ ਦੈਲਾ ਸਰਕੂਲੇਸ਼ਨੇ, ਇਮੇਤੇ ਐਂਟਰ ਕਰਦਾ ਫਲੋ ਦੇ ਵਿੱਚ। ਤਾਂ ਹਰ ਵਾਰ ਆਪਾਂ ਗੱਡੀ ਹੈ ਚਾਹੇ ਮੋਟਰਸਾਈਕਲ ਹੈ, ਰੋਡ ਦੇ ਵਿੱਚ ਇਮੇਤੇ ਤਾਂ ਕਰਦੇ ਹੀ ਆ, ਉਦੋਂ ਹੀ ਪ੍ਰੋਬਲਮ ਹੈ ਥੋੜੀ ਜਿਹੀ। ਦੇਵੇ ਇੰਦੋਸਾਰੇ e di allacciare il casco, vero, vero, ਵੜਨ ਤੋਂ ਪਹਿਲਾਂ ਪਹਿਨ ਲਵੇ ਤੇ ਕਸ ਲਵੇ ਕਾਸਕੋ, ਇਹ ਵੀ ਠੀਕ ਹੈ। ਇਸ ਤੋਂ ਇਲਾਵਾ ਹੋਰ ਕੀ ਹੈ? ਮੋਟਰਸਾਈਕਲ ਵਾਲੇ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਸਟਾਰਟ ਕਰਦੀ ਆਨਾ ਬਲਿਆਂਤੀ ਜਗਣੀਆਂ ਜ਼ਰੂਰੀ ਹੈ, ਉਹ ਵੀ ਜਗਾ ਲਵੇ, ਹੈਲਮਟ ਪਾ ਲਵੇ, ਫਿਰ ਇੰਡੀਕੇਟਰ ਦਵੇ। ਬਾਕੀ ਉਹ ਚੈੱਕ ਕਰੇ ਰੋਡ ਖਾਲੀ ਹੈ। ਗੱਡੀ ਵਾਲੇ ਵਾਸਤੇ ਵੀ ਇਹ ਗੱਲਾਂ, ਗੱਡੀ ਵਾਲੇ ਨੂੰ ਕਾਸਕੋ ਨਹੀਂ ਪਾਣਾ, ਉਹਨੇ ਸੀਟ ਬੈਲਟ ਪਾਣੀ ਹੈ, ਚਿੰਤੂਰੇ ਦੀ ਸਿਕੁਰੇਸਾ। ਬਾਕੀ ਗੱਡੀਆਂ ਦੀ ਪੋਜੀਸ਼ਨ ਦੇਖਣੀ, ਸਾਰਿਆਂ ਨੂੰ ਪਹਿਲ ਦੇਣੀ ਹੈ ਜਦੋਂ ਵੀ ਇਮੇਤੇ ਕਰਨਾ ਹੈ ਫਲੋ ਦੇ ਵਿੱਚ, ਠੀਕ ਹੈ ਨਾ। ਇਹ ਤਾਂ ਪਤਾ ਹੀ ਹੈ ਗੱਲ, ਠੀਕ ਹੈ। 17ਵਾਂ ਸਵਾਲ ਵੇਰਾ ਐਟਮੋਸਫੇਰਿਕ ਦਾ ਕੀ ਮਤਲਬ ਹੈ? ਹਾਂਜੀ, ਇਹ ਉੱਤੇ ਸਵਾਲ ਹੈ ਨਾ, ਕੰਡੀਸ਼ਨੇ ਐਟਮੋਸਫੈਰਿਕ, ਐਟਮੋਸਫੀਅਰ ਵਾਤਾਵਰਣ, ਮਾਹੌਲ ਹੈ ਨਾ। ਇਹਦੇ ਵਿੱਚ ਵਰਡ ਚਾਹੇ ਐਟਮੋਸਫੈਰਿਕ ਕਹਿ ਦੋ, ਕਲੀਮਾਤਿਕ ਕਹਿ ਦੋ, ਕਲਾਈਮੇਟ, ਜਾਂ ਹੋਰ ਕੀ ਕਹਿੰਦੇ, ਐਟਮੋਸਫੈਰਿਕ, ਕਲੀਮਾਤਿਕ, ਮੇਰੇ ਦਿਮਾਗ ਚੋਂ ਵਰਡ ਨਿਕਲ ਜਾਂਦੇ ਪਏ। ਮੈਥਿਓਰੋਲੋਜੀ ਮੈਥਿਓ ਮੌਸਮ, ਇਹ ਸਾਰੀ ਇੱਕੋ ਗੱਲਾਂ ਹੈ। ਮੈਥਿਓਰੋਲੋਜੀ ਕੇ, ਐਟਮੋਸਫੈਰਿਕ, ਕਲੀਮਾਤਿਕ। ਇੱਕ ਹੋਰ ਵਰਡ ਆਉਂਦਾ ਪ੍ਰੀਚੀਪੀਟਾਸੀਓਨੇ, ਇਦਾਂ ਦਾ ਕੋਈ ਵਰਡ ਹੈ, ਬੋਲਣੇ 'ਚ ਮੇਰੇ ਨੂੰ ਗਲਤੀ ਵੀ ਹੁੰਦੀ ਹੋਵੇ। ਪ੍ਰੀਚੀਪੀਟਾਸੀਓਨੇ ਵੀ ਮੀਂਹ, ਬਾਰਿਸ਼, ਮੀਂਹ ਦੀ ਮਾਹੌਲ, ਜਿੱਦਾਂ ਜਦੋਂ ਮੀਂਹ ਪੈਣਾ ਹੁੰਦਾ ਨਾ, ਉਹ ਪ੍ਰੀਚੀਪੀਟਾਸੀਓਨੇ ਕਹਿੰਦੇ। ਤਾਂ ਉਹਦਾ ਵੀ ਮਤਲਬ ਮੀਂਹ ਦੇ ਹਾਲਾਤ ਹੀ ਹੈ, ਮੌਸਮੀ ਹਾਲਾਤ ਹੈ, ਠੀਕ ਹੈ ਜੀ। 18ਵਾਂ ਸਵਾਲ ਸੇ ਕਾਰਿਕੋ ਸਪੋਰਜੇ, ਸਪੋਰਜੇ ਕੀ ਹੁੰਦਾ? ਉੱਪਰਨਾ, ਬਾਹਰ ਨਿਕਲ ਜਾਣਾ, ਜਿੱਦਾਂ ਯਾਨੀ ਕਿ ਜਿੱਦਾਂ ਗੱਡੀ ਚੋਂ ਬਾਹਰ ਨਿਕਲ ਜਾਂਦਾ ਸਮਾਨ, ਕੋਈ ਖੰਭਾ ਹੈ,
ਜਾਂ ਕੋਈ ਸਰੀਏ ਉਹ ਗੱਡੀ ਦੀ ਬਾਡੀ ਤੋਂ ਬਾਹਰ ਨਿਕਲ ਜੇ, ਸਪੋਰਜੇ ਹੁੰਦਾ ਬਾਹਰ ਨਿਕਲਣਾ, ਤਾਂ ਬਾਹਰ ਨਿਕਲਣਾ ਇਸ ਪਨੈਲੋ ਦਾ ਕੋਈ ਲਿੰਕ ਹੈਗਾ? ਫਾਲਸੋ ਫਾਲਸੋ। ਇਹ ਪਨੈਲੋ ਤਾਂ ਹੈਗਾ, ਇਹ ਪਨੈਲੋ ਕਿਹਦੇ ਲੱਗੂਗਾ ਪਿੱਛੇ? ਰਿਮੋਰਕੀ ਦੇ ਹਾਂ ਰਿਮੋਰਕੀ। ਉਹਦਾ weight ਵੀ ਕਿੰਨਾ ਹੋਊਗਾ? 3.5 ਟਨ ਤੋਂ ਉੱਪਰ। ਹਾਂ ਤੇ ਜੇ ਇਹਦੇ ਵਿੱਚ ਲਾਲ ਧਾਰੀਆਂ ਹੁੰਦੀਆਂ, ਲਾਲ ਪੱਟੀਆਂ ਹੁੰਦੀਆਂ, ਤਾਂ ਫਿਰ ਉਹ ਆਟੋ ਕਾਰ ਉਹ 3.5 ਟਨ। ਹਾਂ ਤਾਂ ਮਤਲਬ ਜੋ ਵੀ 3.5 ਤੋਂ ਉੱਪਰ ਹੈ ਉਹ ਹੋਣਾ ਸੀਗਾ। ਇਹ ਤਾਂ ਛੋਟੀ ਛੋਟੀ ਪਨੈਲੋ ਹੈ। ਸਪੋਰਜੀ ਵਾਲਾ ਚਿੱਟਾ ਤੇ ਆਪਣੀ ਉਹ ਤੁਹਾਨੂੰ ਧਿਆਨ ਆ ਗਿਆ ਨਾ, ਉਹ ਹੁੰਦਾ ਸਪੋਰਜੀ ਵਾਲਾ। ਤਾਂ ਇਹਦਾ ਸਵਾਲ ਦਾ ਕੋਈ ਗੱਲ ਨਹੀਂ ਬਣਦਾ, ਤੇ ਸਵਾਲ ਆਪਾਂ ਗਲਤ ਕਰ ਦਿੰਦੇ ਸਪੋਰਜੇ ਤੋਂ, ਠੀਕ ਹੈ ਨਾ। ਬਾਕੀ ਗੱਲ ਆਪਣੀ ਹੋਏਗੀ। 19ਵਾਂ ਸਵਾਲ ਆ ਗਿਆ ਪਤੈਂਤੇ ਵਾਲਾ। ਦੇਖੋ, ਲਾ ਪਤੈਂਤੇ ਦੀ ਕੈਟੇਗੋਰੀਆ ਏ, ਜਿਹੜਾ ਮੋਟਰਸਾਈਕਲ 'ਚ ਸਭ ਤੋਂ ਵੱਡਾ ਹੁੰਦਾ ਮੋਟਰਸਾਈਕਲਾਂ 'ਚੋਂ, ਉਹ ਐਸਰੀ ਕੌਨਸੈਗਵੀਤਾ ਲੈ ਸਕਦੇ ਆ ਕੌਣ ਅਚੈਸੋ ਡਾਇਰੈਕਟੋ ਡਾਇਰੈਕਟ ਆਪਾਂ ਕਦੋਂ ਲੈਣਾ? ਜੇ ਅਸੀਂ A2 ਨਹੀਂ ਲਿਆ। 24 ਹਾਂ ਤੇ ਇਹ 'ਚ 24 ਸਾਲ ਉਮਰ ਹੈ। ਅਚੈਸੋ ਡਾਇਰੈਕਟੋ ਲੈ ਸਕਦੇ, ਕੀਨੋ ਨਾ titolare patente A2, ਜਿਹਦੇ ਕੋਲ ਨਹੀਂ ਹੈ A2 ਦਾ almeno 2 anni 2 ਸਾਲ ਨਹੀਂ ਲਿਆ ਸੀ, ਕੋਈ ਗੱਲ ਨਹੀਂ, ਡਾਇਰੈਕਟ ਲੈ ਲਓ। ਪਰ solo se ha compiuto 24 anni ਦੀ età, 24 ਸਾਲ ਦੀ ਉਮਰ। ਇੱਥੇ ਹੀ ਉਹ ਸਵਾਲ 21 ਸਾਲ ਦੀ ਉਮਰ ਆ ਜਾਂਦਾ, ਉਹ ਗਲਤ ਹੈ। ਹਾਂ ਉਹ ਹੈਗਾ ਅਚੈਸੋ ਗ੍ਰੈਜੂਆਲੇ, ਪ੍ਰਮੋਸ਼ਨ ਕਰਕੇ ਆਪਾਂ ਲੈ ਸਕਦੇ ਹਾਂ। A2 ਜਿਨ੍ਹਾਂ ਕੋਲ ਹੈਗਾ ਹੈ 2 ਸਾਲਾਂ ਤੋਂ, ਉਹ ਪ੍ਰਮੋਸ਼ਨ ਕਰਕੇ ਲੈ ਸਕਦਾ ਹੈ 20ਵੇਂ ਸਾਲ 'ਚ। ਉਹ 20ਵੇਂ ਸਾਲ 'ਚ ਲੈ ਸਕਦਾ, 18 ਤੋਂ ਬਾਅਦ 2 ਸਾਲਾਂ ਬਾਅਦ 20। ਤਾਂ ਇਹ ਗੱਲ ਠੀਕ ਹੈ। ਆਪਣਾ 24 ਸਾਲੇ 'ਚ ਆਪਾਂ A ਲੈ ਸਕਦੇ ਹਾਂ। ਉਹਦਾ A 'ਚ ਆਪਾਂ ਚਲਾ ਕਿਹੜੇ ਸਕਦੇ ਹਾਂ? ਇਹਦੇ ਵਿੱਚ ਸਾਰੇ ਮੋਟਰਸਾਈਕਲ, ਇਹਦੇ ਵਿੱਚ ਸਾਰੇ ਤ੍ਰਿਚਿਕਲੀ, ਪਰ ਕਮ ਸੇ ਕਮ 21 ਸਾਲ ਉਮਰ ਹੋਵੇ ਜੇ ਸਾਰੇ ਚਲਾਣੇ ਤ੍ਰਿਚਿਕਲੀ। ਇੱਦਾਂ ਹੈਗਾ ਨਾ, ਤ੍ਰਿਚਿਕਲੀ ਦੀ ਗੱਲ ਸਾਰੇ ਚਲਾ ਤਾਂ ਸਕਦੇ, ਪਰ 21 ਸਾਲ ਦੇ ਜਦੋਂ ਹੋ ਜਾਣਗੇ ਸਾਰੇ ਤ੍ਰਿਚਿਕਲੀ ਚਲਾ ਲਓ। ਤੇ ਇਹ ਹੋ ਗਿਆ। ਖੇਤੀ ਵਾਲੇ ਤਾਂ ਚਲਾ ਹੀ ਸਕਦੇ ਆ ਇਹਦੇ 'ਚ, ਤੇ ਬਸ ਇੰਨੀ ਕੁ ਗੱਲ ਹੈ। ਲੈਣੇ ਤੇ ਇਹ 20ਵੇਂ ਸਾਲ 'ਚ ਵੀ ਮਿਲ ਸਕਦਾ, 24ਵੇਂ ਸਾਲ 'ਚ ਵੀ ਮਿਲ ਸਕਦਾ, ਇਹ ਗੱਲ ਹੈ। ਉੱਦਾਂ ਹੀ ਚੱਲਦਾ ਉਹ ਦਿਖਾ ਦਿੰਦਾ। ਇਹ ਇੱਧਰੋਂ A1 A2, ਮੰਨ ਲਓ ਆ A1 ਆ A2 ਆ A ਲਾਇਸੈਂਸ। A1 'ਚ ਮੋਟਰਸਾਈਕਲ, ਜੇ ਇਕੱਲੇ ਮੋਟਰਸਾਈਕਲਾਂ ਦੀ ਤਿੰਨਾਂ 'ਚ ਗੱਲ ਕਰੀਏ, ਇਹਦੇ ਵਿੱਚ 11 ਕਿਲੋਵਾਟ, A2 'ਚ 35 ਕਿਲੋਵਾਟ, ਇਹ 'ਚ ਸਾਰੇ ਤੁੱਤੀ। ਤ੍ਰਿਚਿਕਲੀ ਦੀ ਗੱਲ ਕਰੀਏ, ਇਹਦੇ ਵਿੱਚ ਵੀ 15, A2 'ਚ ਵੀ 15, ਇਹਦੇ ਵਿੱਚ ਤੁੱਤੀ ਤ੍ਰਿਚਿਕਲੀ। ਪਰ ਉੱਦਾਂ ਸਾਨੂੰ ਵੈਸੇ ਹੀ ਪਤਾ ਹੈਗਾ ਕਿ ਜੇ 15 ਕਿਲੋਵਾਟ ਤੋਂ ਉੱਪਰ ਚਲਾਣੇ ਆ ਤਾਂ ਉਹ ਸਾਨੂੰ 21 ਸਾਲ ਉਮਰ ਚਾਹੀਦੀ ਹੈ। ਖੇਤੀ ਵਾਲੇ ਸਾਰਿਆਂ 'ਚ ਹੀ ਹੈਗੇ ਆ, ਉਹ ਸਾਨੂੰ ਅਲੱਗ ਤੋਂ ਪਤਾ ਹੈ। ਚਲੋ ਜੀ, ਸਵਾਲ ਠੀਕ ਹੈ ਇਹ 19ਵਾਂ। ਵੇਰੋ 20ਵਾਂ ਸਵਾਲ, l'assicurazione per responsabilità civile auto RCE। ਇਹਨੂੰ ਸਿਰਫ ਆਪਾਂ ਸਾਰੇ ਨੂੰ ਬੋਲਣਾ ਬੀਮਾ। ਗੱਡੀ ਦਾ ਬੀਮਾ ਤਾਂ ਕਰਨਾ ਹੀ ਆਪਾਂ। ਬੀਮਾ ਜਿਹੜਾ ਹੈ ਕੋਪਰੇ ਕਵਰ ਕਰਦਾ ਹੈ solo la responsabilità del conducente, ਸਿਰਫ ਡਰਾਈਵਰ ਦੀ ਰਿਸਪੌਂਸਿਬਿਲਟੀ ਕਵਰ ਕਰਦਾ ਹੈ, ma non quella proprietario del veicolo, ਗੱਡੀ ਦੇ ਮਾਲਕ ਦੀ ਰਿਸਪੌਂਸਿਬਿਲਟੀ ਨਹੀਂ ਕਵਰ ਕਰਦਾ। ਫਾਲਸੋ ਤੇ ਇਹ ਸਵਾਲ ਫਾਲਸੋ ਹੈ, ਕਿਉਂਕਿ ਜਦੋਂ ਰਿਸਪੌਂਸਿਬਿਲਟਾ ਚੀਵਲੇ ਆ ਜਾਂਦੀ ਸਿਵਲ 'ਚ, ਤਾਂ ਦੋਨਾਂ ਦੀ ਜ਼ਿੰਮੇਵਾਰੀ ਵੀ ਦੋਨਾਂ ਦੀ ਬਣਦੀ ਹੈ ਤੇ ਬੀਮਾ ਕਵਰ ਵੀ ਦੋਨਾਂ ਨੂੰ ਹੀ ਕਰਦਾ ਹੈ। ਤੇ ਜਦੋਂ ਥੋੜੇ ਬਹੁਤ ਨੁਕਸਾਨ ਹੋਵੇ ਤਾਂ ਇਹ ਕਹਿੰਦਾ ਨਹੀਂ ਕਰਦਾ, ਇਹ ਗਲਤ ਹੋ ਗਿਆ ਜੀ, ਬੀਮਾ ਗਲਤ। 21ਵਾਂ ਸਵਾਲ, il segnale raffigurato, ਦਿਖਾਇਆ ਗਿਆ ਸਿਗਨਲ ਪੋਸਟ ਤੋਂ ਲੱਗਿਆ ਹੋਵੇ ਸੁੱਲੇ ਆਟੋ ਸਟਰਾਦੇ, ਜੇ ਆਟੋ ਸਟਰਾਦੇ ਉੱਪਰ ਲੱਗ ਜੇ, ਇਹ ਲੱਗ ਸਕਦਾ ਆਟੋ ਸਟਰਾਦੇ ਉੱਪਰ? ਹਾਂਜੀ ਇਹ ਵਾਲਾ ਲੱਗ ਸਕਦਾ? ਨਹੀਂ ਹਾਂਜੀ ਆਟੋ ਸਟਰਾਦੇ ਜੋ ਖੱਬੇ ਪਾਸੇ ਕਿੱਦਾਂ ਵੜਾਂਗੇ ਆਪਾਂ? ਤਿਰਛੇ ਪਾਸੇ ਕੋਈ ਗੱਡੀ ਵੜ ਸਕਦੀ ਹੈ? ਨਹੀਂ ਹਾਂ, ਉਹ ਸਾਈਨ ਦੂਸਰਾ ਹੁੰਦਾ ਆਟੋ ਸਟਰਾਦੇ, ਜੇ ਖੱਬੇ ਪਾਸੋਂ ਵੜਨਾ। ਤੇ ਆ ਜੇ ਮੈਂ ਚ ਬਣਾ ਕੇ ਦਵਾਂ, ਆਟੋ ਸਟਰਾਦੇ 'ਚ ਏਦਾਂ ਰੋਡ ਹੈਗਾ, ਐਵੇਂ ਰੋਡ ਹੈਗਾ, ਏਦਾਂ ਤਿਰਛੇ ਰੋਡ, ਤਿਰਛਾ ਕੋਰਸੀਆ ਦੀ ਚਲੇਸਿਓਨੇ ਵੜਦਾ, ਕੋਰਸੀਆ ਦੀ ਚਲੇਸਿਓਨੇ, ਹੈ ਨਾ। ਉਹ ਸਾਈਨ ਦੂਸਰਾ ਹੁੰਦਾ ਹੈ ਜਿਹੜਾ ਕੋਰਸੀਆ ਦੀ ਚਲੇਸਿਓਨੇ। ਇਹ ਵੀ ਕੋਰਸੀਆ ਦੀ ਚਲੇਸਿਓਨੇ, ਪਰ ਦਾ ਦਸਤਰਾ ਸੱਜੇ ਪਾਸਿਓਂ ਵੜ ਸਕਦੇ ਆ ਆਟੋ 'ਚ, ਖੱਬੇ ਪਾਸਿਓਂ ਕਦੀ ਨਹੀਂ ਵੜ ਸਕਦੇ। ਤੇ ਬਸ ਇਹ ਸਵਾਲ ਗਲਤ ਹੈ, ਆਟੋ ਸਟਰਾਦੇ ਤੇ ਇਹ ਲੱਗ ਨਹੀਂ ਸਕਦਾ। ਉਦਾਂ ਇਹ ਫਿਰ ਕਿਹੜੇ ਬੋਰਡ ਤੇ ਕਿੱਥੇ ਮਿਲੂਗਾ ਸਾਨੂੰ? ਇਹ ਰੋਡ ਕਿੱਦਾਂ ਦਾ ਹੋਊਗਾ ਜਿਹੜੇ ਤੇ ਅਸੀਂ ਜਾ ਰਹੇ ਹਾਂ? ਦ੍ਰਿਤੋ ਦੀ ਪ੍ਰੈਜ਼ੀਡੈਂਸ। ਹਾਂ, ਦਰੀਤੋ ਦੀ ਪ੍ਰੈਜ਼ੀਡੈਂਸ ਤਾਂ ਹੈਗਾ, ਪਰ ਇਹ 'ਚ ਇੱਕ ਹੋਰ ਖਾਸ ਗੱਲ ਹੈ, ਇਹ ਬੋਰਡ ਸਾਨੂੰ ਬਹੁਤ ਘੱਟ ਮਿਲਦਾ ਹੈ। ਕਿਹੜੇ ਰੋਡ ਤੇ ਅਸੀਂ ਕਿਹੜੇ ਰੋਡ ਤੇ ਜਾ ਰਹੇ ਹੋਵਾਂਗੇ ਜੇ ਤਿਰਛੇ ਪਾਸੋਂ ਗੱਡੀ ਵੜੇ? ਤਿਰਛੇ ਪਾਸੋਂ ਗੱਡੀ ਉਦੋਂ ਹੀ ਵੜ ਸਕਦੀ ਹੈ, ਦੇਖੋ ਵੜੂਗਾ ਜੇ ਸਾਹਮਣੋਂ ਆਉਂਦੀ ਤਾਂ ਵਿੱਚ ਵੱਜ ਨਹੀਂ ਜਾਊਗੀਆਂ। ਜੇ ਕੋਈ ਸਾਹਮਣੋਂ ਆਉਂਦਾ ਹੋਇਆ ਤਾਂ ਖੱਬੇ ਪਾਸੋਂ ਜੇ ਕੋਈ ਵੜੂਗਾ ਤਾਂ ਵਿੱਚ ਨਹੀਂ ਵੱਜੂਗਾ, ਉਹਦੇ ਕਿੰਨਾ ਬੜਾ ਧਿਆਨ ਕਰਨਾ ਪਊਗਾ। ਹਾਂ, ਇਹ ਸੈਂਸੋਨਿਕ ਉਹਦੇ ਉੱਪਰ ਹੀ ਮਿਲਣਾ ਹੈ। ਬਾਕੀ ਜਿਹੜੇ ਸਾਰੇ ਹੈ ਉਹ ਕਿਸੇ ਵੀ ਰੋਡ ਤੇ ਮਿਲ ਸਕਦੇ, ਇਹ ਸੈਂਸੋਨਿਕ ਤੇ ਮਿਲਣਾ, ਕਿਉਂਕਿ ਖੱਬੇ ਪਾਸੇ ਨਹੀਂ ਤਾਂ ਵੜ ਨਹੀਂ ਹੁੰਦਾ, ਸੱਜੇ ਪਾਸੇ ਹੀ ਵੜਨਾ ਪੈਂਦਾ ਨਹੀਂ ਤਾਂ ਆਟੋ ਸਟਰਾ ਦੇ ਉੱਪਰ ਗਲਤ ਹੋ ਗਿਆ ਸਵਾਲ।
ਬਾਕੀ ਸਾਰਾ ਗਲਤ ਹੀ ਹੈ। ਓਬਲੀਗੋ ਦੀ ਸਹੂਲਤਾਂ ਅਸਨਿਸਤਰਾ ਜ਼ਰੂਰੀ ਆ ਮੁੜਨਾ ਖੱਬੇ। ਅਸੀਂ ਜੇ ਜਾ ਰਹੇ ਤਾਂ ਖੱਬੇ ਅਸੀਂ ਵੀ ਨਹੀਂ ਮੁੜ ਸਕਦੇ, ਕਿਉਂਕਿ ਜਿਹੜੇ ਤਿਰਛੇ ਰੋਡ ਹੁੰਦੇ ਜਿਹੜੇ ਵੱਡਦੇ ਆ, ਵੜਨ ਵਾਸਤੇ ਹੁੰਦੇ, ਬਾਹਰ ਮੁੜਨ ਵਾਸਤੇ ਨਹੀਂ ਹੁੰਦੇ, ਚਾਹੇ ਸੱਜੇ ਪਾਸੇ ਹੋ ਚਾਹੇ। ਤਾਂ ਹੀ ਤੁਹਾਨੂੰ ਕੌਨਫਲੂਐਂਸਾ ਜਾਂ ਕੁਰਸੀਆ ਦੀ ਐਸਲਰਸੀਓਨੇ ਕਹਿੰਦੇ ਆ। 22ਵਾਂ ਸਵਾਲ, ਇਲ ਦੀ linea torre raffigurato post segnalare ਸ਼ੋ ਕਰ ਸਕਦਾ ਹੈ ਇਨੀਸ਼ੀਓ ਸ਼ੁਰੂ ਹੋ ਗਿਆ ਉਹਨਾਂ ਈਜ਼ੋਲਾ ਦੀ ਟ੍ਰੈਫਿਕੋ। vero, vero, ਹਾਂਜੀ, ਇਹ ਈਜ਼ੋਲਾ ਦੀ ਟ੍ਰੈਫਿਕੋ ਦੇ ਉੱਪਰ ਆ ਜਿਹੜਾ ਥੱਲੇ ਜ਼ਮੀਨ ਹੈ, ਇਹ ਈਜ਼ੋਲਾ ਦੀ ਟ੍ਰੈਫਿਕੋ ਹੋ ਸਕਦਾ ਹੈ, ਹੋਰ ਕੋਈ ਵੀ ਰੁਕਾਵਟ ਹੋ ਸਕਦੀ ਹੈ। ਤੇ ਈਜ਼ੋਲਾ ਦੀ ਟ੍ਰੈਫਿਕੋ ਇਹ ਰੋਡ ਦੇ ਵਿੱਚ ਜੇ ਲੱਗਿਆ ਹੁੰਦਾ ਵੀ ਸੱਜੇ ਪਾਸੋਂ ਪਸਾਰੇ ਕਰੋ, ਸੱਜੇ ਪਾਸੋਂ ਲੰਘ ਜਾਓ, ਬਸ ਇੰਨੀ ਕੁ ਗੱਲ ਹੈ। ਦੀ linea torre ਇਹੀ ਜਿਹੜਾ ਹੈ ਰੋਡ ਦੇ ਵਿੱਚ ਲੱਗਿਆ ਹੁੰਦਾ, ਬਾਕੀ ਦੀ linea torre ਜਿਹੜੇ ਹੋਰ ਆਪਾਂ ਦੇਖੇ ਹੋਏ ਆ ਉਹ ਸਾਰੇ ਰੋਡ ਦੇ ਸਾਈਡਾਂ ਤੇ ਲੱਗੇ ਹੁੰਦੇ ਆ ਵਿਜ਼ਿਬਿਲਟੀ ਵਾਸਤੇ। ਤੇ ਇਹ ਈਜ਼ੋਲਾ ਦੀ ਟ੍ਰੈਫਿਕੋ ਹੈ। ਬਸ ਇਹ ਸਵਾਲ ਆਪਣਾ ਠੀਕ ਹੈ। 23ਵਾਂ ਬਸ ਇਹ ਸਵਾਲ, ਜਿਹੜਾ ਨਿਸ਼ਾਨ ਇਹਦੇ ਨਾਲ ਇੱਕ ਹੁੰਦਾ ਹੈ, ਮਸਲਨ ਕਿ ਲਸ਼ਾਰੇ ostacolo ਹਾਂਜੀ। sinistra, ਹੁਣ ਆਪਾਂ ਜੇ ਆ ਸਾਈਨ ਦੇਖਾਂਗੇ, ਆਪਾਂ ਗੱਡੀ ਲਿਆ ਰਹੇ ਤਾਂ ਆਪਾਂ ਕਿਧਰੋਂ ਲੰਘਾਂਗੇ? ਇਸ ਪਾਸੇ, ਸੱਜੇ ਪਾਸੇ। destra, ਤਾਂ ਇਹ ਉਸਤਾਕਲੋ ਜਾਂ ਰੁਕਾਵਟ ਹੀ ਹੈ ਇਹ, ਤੇ ਇਹਨੂੰ ਆਪਾਂ ਖੱਬੇ ਪਾਸੇ ਛੱਡ ਦੇਣਾ ਹੈ। ਪਸਾਰੇ ਇਧਰੋਂ ਕਰਨਾ, ਤਿਰਛੇ ਸਾਈਨ ਦਾ ਮਤਲਬ ਪਸਾਰੇ ਇਧਰੋਂ ਲੰਘ ਜਾਓ। ਇੱਥੇ ਕੋਈ ਵੀ ਰੁਕਾਵਟ ਹੋ ਸਕਦੀ ਹੈ, ਈਜ਼ੋਲਾ ਟ੍ਰੈਫਿਕੋ, ਸਪਾਰਤੀ ਟ੍ਰੈਫਿਕੋ, ਕੁਝ ਵੀ ਹੋ ਸਕਦਾ ਹੈ ਨਾ। ਤਾਂ ਪਸਾਰੇ ਦੈਸਤਰਾ, ਉਹਨੂੰ ਲਸ਼ਾਰੇ ਸਿਨਿਸਤਰਾ, ਖੱਬੇ ਪਾਸੇ ਛੱਡ ਦਿਓ ਬਸ। ok, ਹਾਂ, ਖੱਬੇ ਪਾਸੇ ਰਹਿ ਜਾਊਗੀ ਜਦੋਂ ਆਪਾਂ ਲੰਘ ਗਏ, ਠੀਕ ਹੈ। ਅੱਛਾ, ਲਾ distanza di sicurezza ਡਿਪੈਂਡ ਕਰਦੀ ਹੈ dalla presenza di veicoli che seguono। falso, falso, ਸੇਫਟੀ ਵਾਲੀ ਡਿਸਟੈਂਸ ਡਿਪੈਂਡ ਕਰਦੀ ਹੈ ਮੌਜੂਦਗੀ ਪਿੱਛੇ ਵਾਲੀ ਗੱਡੀ ਨਹੀਂ, ਅੱਗੇ ਵਾਲੀ ਗੱਡੀ ਦੇ ਹਿਸਾਬ ਨਾਲ ਰੱਖਣੀ ਹੈ। ਕਿਹੜੀ ਗੱਲਾਂ ਤੇ ਡਿਪੈਂਡ ਕਰਦੀ ਹੈ ਸਾਨੂੰ ਪਤਾ ਹੀ ਹੈ, ਮੌਸਮ, ਟਾਇਰ, ਬਹੁਤ ਗੱਲਾਂ ਹੈਗੀਆਂ। ਅੱਛਾ, ਸਵਾਲ ਕਨਫਿਊਜ਼ ਕਰਦਾ, ਕਈ ਵਾਰ ਉਹ ਕਹਿੰਦਾ ਡਿਪੈਂਡ ਕਰਦਾ, ਕਈ ਵਾਰ ਕਹਿੰਦਾ ਕੋਮਿਜ਼ੂਰਾਤਾ, ਨਾਪੀ ਜਾਂਦੀ ਹੈ, ਉਹ ਵੀ ਇਹੀ ਚੀਜ਼ ਹੈ। ਕਈ ਵਾਰ ਉਹ ਕਹਿੰਦਾ ਇਨ ਫੰਕਸ਼ਨੇ, ਕਿਹਦੇ ਫੰਕਸ਼ਨ, ਕਿਹਦੇ ਰਿਲੇਸ਼ਨੇ, ਏਦਾਂ ਕਰਕੇ ਵਰਡ ਚੇਂਜ ਕਰੀ ਜਾਂਦੇ ਹੋ ਹੈ ਨਾ। ਫੰਕਸ਼ਨੇ, ਡਿਪੈਂਡੇ, ਇਨਫਲੂਐਂਸ, ਇਦਾਂ ਇਨਫਲੂਐਂਸ ਵਰਡ ਵੀ ਆ ਜਾਂਦਾ, ਇਨਫਲੂਐਂਸ ਸਾਰੇ ਪਤਾ ਨਹੀਂ ਕੀ ਕਹਿੰਦੇ ਉਹ ਇਦਾਂ ਵਰਡ। ਉਹ ਸਾਰਾ ਡਿਪੈਂਡ ਕਰਨਾ ਹੀ ਹੈ, ਕਿਹਦੇ ਉੱਪਰ ਡਿਸਟੈਂਸ ਦਾ ਇਨਫਲੂਐਂਸ ਪੈਂਦਾ, ਡਿਪੈਂਡ ਕਰਦੀ ਹੈ। ਕੋਮਿਜ਼ੂਰਾਤਾ ਹੁੰਦੀ ਹੈ ਤੇ ਕਿੱਦਾਂ ਰੱਖਣੀ ਆ ਉਹ, ਤਾਂ ਆਪਾਂ ਨੂੰ ਪਤਾ ਕਿਹੜੀ ਗੱਲਾਂ ਹੈ, ਟਾਇਰਾਂ ਦੀ ਹਾਲਤ, ਮੌਸਮ ਦੀ ਹਾਲਤ, ਸਾਡੀ ਸਪੀਡ, ਅਗਲੀ ਗੱਡੀ ਦੀ ਸਪੀਡ, ਤਾਂ ਬਹੁਤ ਸਾਰੀ ਗੱਲਾਂ। ਤਾਂ ਪਿਛਲੀ ਗੱਡੀਆਂ ਦੇ ਨਾਲ ਤਾਂ ਕੋਈ ਲਿੰਕ ਨਹੀਂ ਉਹਦਾ, ਉਹ ਆਪੀ ਰੱਖਣਗੇ। ਤਾਂ ਇਹ ਸਵਾਲ ਗਲਤ ਹੈ ਜੀ। 24ਵਾਂ, ਇਲ conducente che intende, ਜਿਹਦਾ ਇਰਾਦਾ ਹੈ, ਕੀ ਇਰਾਦਾ ਅੱਜ? effettuare il sorpasso, ਓਵਰਟੇਕ ਕਰਨ ਦਾ। ਓਵਰਟੇਕ ਬਿਲਕੁਲ ਕਰ ਸਕਦੇ ਹਾਂ, ਗੱਲਾਂ ਦਾ ਖਿਆਲ ਰੱਖ ਕੇ ਓਵਰਟੇਕ ਵੀ ਕਰ ਸਕਦੇ ਹਾਂ। ਕਰਨ ਦਾ ਇਰਾਦਾ obbligo ਹੈ azionare segnale acustico। falso, segnale acustico ਤਾਂ ਹੋਰਨ ਹੋ ਗਿਆ, ਜ਼ਰੂਰੀ ਆ ਮਾਰਨਾ ਨਹੀਂ, ਇੰਡੀਕੇਟਰ ਦੇਣਾ ਜ਼ਰੂਰੀ ਹੈ, ਪਰ ਇੰਡੀਕੇਟਰ ਦੇਣ ਤੋਂ ਵੀ ਪਹਿਲਾਂ ਸ਼ੀਸ਼ੇ 'ਚ ਦੇਖਣਾ ਹੈ। ਸ਼ੀਸ਼ੇ 'ਚ ਦੇਖ ਕੇ ਕਿ ਪਿੱਛੋਂ ਕੋਈ ਗੱਡੀ ਤਾਂ ਨਹੀਂ ਆ ਰਹੀ, ਖਾਲੀ ਜਗ੍ਹਾ ਹੋਵੇ ਹੈ ਨਾ, ਲਾਈਨ ਕੰਟੀਨਿਊ ਨਾ ਹੋਵੇ, ਡਿਸਕੰਟੀਨਿਊ ਹੋਵੇ, ਤੇ ਕੋਈ ਮਨਾਹੀ ਵਾਲਾ ਬੋਰਡ ਨਾ ਲੱਗਿਆ ਹੋਵੇ, ਟ੍ਰੈਫਿਕ ਸਹੀ ਹੋਵੇ, ਵਿਜ਼ਿਬਿਲਟੀ ਠੀਕ ਹੋਵੇ, ਪਿਛਲੀ ਜਾਂ ਅਗਲੀ ਗੱਡੀ ਨੇ ਸਟੇਸਾ ਮਨੋਵਰਾ ਸ਼ੁਰੂ ਨਾ ਕਿਤੇ ਕਰਤਾ ਹੋਵੇ, ਤੇ ਕਰਨਾ ਸਾਰਾ ਕੁਝ ਕੰਡੀਸ਼ਨੀ ਸਕਿਰਿਸਾ, ਪਲੱਸ ਆਪਣੀ ਸਪੀਡ ਨੂੰ ਰੈਗੂਲਾਰੇ ਵੀ ਕਰਨਾ ਹੈ। ਜਿਸ ਗੱਡੀ ਨੂੰ ਓਵਰਟੇਕ ਕਰਨਾ ਉਹਦੇ ਨਾਲ ਸੈੱਟ ਵੀ ਤਾਂ ਕਰਨਾ ਪੈਣਾ, ਉਹ 60 ਤੇ ਜਾਂਦਾ, ਸਾਨੂੰ 80 ਕਿਤੇ ਤਾਂ ਕਰਨੀ ਪਊਗੀ, ਪਰ ਲਿਮਿਟ ਦੇ ਅੰਦਰ ਰਹਿ ਕੇ ਹੀ ਓਵਰਟੇਕ ਕਰਨਾ ਹੈ। ਤੇ ਬਾਕੀ ਹੋਰ ਗੱਲਾਂ ਦਾ ਧਿਆਨ ਰੱਖਣਾ ਹੈ। ਤਾਂ ਇਹ ਸਵਾਲ ਓਬਲੀਗੋ ਨਹੀਂ ਹੈ, ਹੋਰਨ ਮਾਰਨਾ। ਹਾਂਜੀ, ਇੱਕ ਸਵਾਲ ਇੱਕ ਹੈ ਨਾ, ਮਸਲਨ ਕਿ ਸਪਾਸੋ ਕਰਨ ਲੱਗਿਆ ਕੋਲਪੋ ਤੁਸੀਂ ਦੇ ਸਕਦੇ ਹੋ। ਹਾਂ ਬਸ ਉਹ ਮੈਂ ਕਹਿਣ ਹੀ ਲੱਗਿਆ ਸੀ, ਇਹ ਕੋਲਪੋ ਦੀ ਕਲੈਕਸ਼ਨ ਮਾੜਾ ਜਿਹਾ ਮਾਰ ਸਕਦੇ ਆ ਓਵਰਟੇਕ ਕਰਨ ਵਾਸਤੇ। ਹਾਂ, ਓਬਲੀਗੋ ਨਹੀਂਗਾ। ਪਲੱਸ ਤੁਸੀਂ ਆਬਲਿਆਂਤੀ ਲੈਟਾਂ ਦਾ ਡਿੱਪਰ ਜਿਹਾ ਵੀ ਮਾਰ ਸਕਦੇ ਆ, ਆਬਲਿਆਂਤੀ ਲੈਟਾਂ ਮਾਰ ਸਕਦੇ ਆ ਓਵਰਟੇਕ ਦਾ ਸ਼ੋ ਕਰਨ ਵਾਸਤੇ। ਤਾਂ ਉਹ ਵੀ ਗੱਲ ਕਿਤੇ ਕਿਤੇ ਠੀਕ ਹੈਗੀ ਹੈ। ਤਾਂ ਓਬਲੀਗੋ ਨਹੀਂ ਆਪ ਕਰਨਾ, ਮਾਰ ਸਕਦੇ ਆ। ਤਾਂ 24ਵਾਂ ਸਵਾਲ ਓਬਲੀਗੋ ਤੋਂ ਗਲਤ ਹੋ ਗਿਆ। ਲਾ ਉਜ਼ੋ ਦੀ ਪ੍ਰੋਇਟੋਰੀ ਆ ਲੂਚੇ ਆ ਬਲਿਆਂਤੇ, ਉਹੀ ਜਿਹੜੀ ਵੱਡੀਆਂ ਲੈਟਾਂ ਦਾ ਯੂਜ਼ ਐ ਸੈਂਪਰੇ ਅਮਿਸੋ, ਹਮੇਸ਼ਾ ਅਲਾਉਡ ਹੈ। ਪਹਿਲੀ ਗੱਲ ਹਮੇਸ਼ਾ ਅਲਾਉਡ ਹੈ, falso, ਹੈ ਨਾ। ਹਮੇਸ਼ਾ ਤੋਂ ਗਲਤ ਹੋ ਗਿਆ, ਕਿਉਂਕਿ ਇਹ ਅਲਾਉਡ ਤਾਂ ਉਦੋਂ ਹੈ ਜਦੋਂ ਸ਼ਹਿਰ ਤੋਂ ਬਾਹਰ ਹੋਵੇ, ਤੇ ਆਪਾਂ ਸ਼ਹਿਰ ਤੋਂ ਬਾਹਰ ਹੋਈਏ ਤੇ ਪਬਲਿਕ ਲਾਈਟ ਘੱਟ ਹੋਵੇ, ਸ਼ਹਿਰ ਤੋਂ ਬਾਹਰ ਹੋਈਏ ਪਹਿਲੀ ਗੱਲ ਤਾਂ, ਪਲੱਸ ਸਾਹਮਣੋਂ ਕੋਈ ਨਾ ਆਉਂਦਾ ਹੋਵੇ, ਜ਼ਰੂਰ ਦੇਖਣਾ ਹੈ। ਸਾਹਮਣੋਂ ਜਿੱਦਾਂ ਹੀ ਆ ਗਿਆ ਸਾਡੀ ਆਨਾ ਬਲਿਆਂਤੇ ਜਗ ਜਾਣੀ ਚਾਹੀਦੀਆਂ। ਇਹ ਕਹਿੰਦਾ ਕੁਆਂਦੋ ਸੀ ਟਰਾਂਸਪੋਰਟਾਨੋ ਫੈਰੀਥੀ ਉਹ ਅਮਲਾਤੀ ਗਰਾਵੀ, ਜਦੋਂ ਟਰਾਂਸਪੋਰਟ ਕਰਦੇ ਆ ਜ਼ਖਮੀ ਤੇ ਬਿਮਾਰਾਂ ਨੂੰ, ਫਿਰ ਕੀ ਹੁੰਦਾ, ਕੀ ਮਾਰ ਸਕਦੇ ਫਿਰ ਆਪਾਂ? ਜਦੋਂ ਬਿਮਾਰ ਬੰਦੇ ਤੇ ਇਹਨੂੰ ਲੈ ਕੇ ਜਾਂਦੇ ਆ, ਫਿਰ ਕੀ ਅਲਾਉਡ ਆ ਸਾਨੂੰ? ਹੋਰਨ ਮਾਰਨਾ। ਹਾਂ, ਇਹ ਹੋਰਨ ਦੇ ਨਾਲ ਹੈ ਬਿਮਾਰ ਤੇ, ਜਦੋਂ ਇਹ ਜਾਂ ਅਚਾਨਕ ਖਤਰਾ ਹੋ ਜੇ ਫਿਰ ਹੋਰਨ ਮਾਰ ਸਕਦੇ ਆ। ਆ ਬਲਿਆਂਤੀ ਦਾ ਆਪਾਂ ਜਾਂ ਅਗਲੀ ਗੱਡੀ ਨੂੰ ਸ਼ੋਅ ਕਰਨਾ ਹੈ ਉਦੋਂ,
ਅੱਛਾ, ਇੱਕ ਡਿੱਪਰ ਜਾਂ ਵੱਡੀਆਂ ਲੱਟਾਂ ਦਾ ਮਾਰ ਸਕਦੇ ਜਦੋਂ ਆਪਾਂ ਕੀ ਕਰ ਸਕਦੇ ਹਾਂ, ਅਵੈਰਤੀਮੈਂਤੀ ਉਤਲੀ, ਉਪਯੋਗੀ ਚੇਤਾਵਨੀ, ਉਪਯੋਗੀ ਵਾਰਨਿੰਗ ਕਿਸੇ ਨੂੰ ਦੇਣੀ ਹੈ, ਕਿਸੇ ਦਾ ਕੋਈ ਤਾਕੀ ਖੁੱਲੀ ਹੈ, ਕਿਸੇ ਦੀ ਕੋਈ ਲਾਈਟ ਨਹੀਂ ਜਗਦੀ ਪਈ, ਆਪਾਂ ਵਾਰਨਿੰਗ ਦੇਣੀ ਹੈ, ਤੁਸੀਂ ਲੈਟਾਂ ਮਾਰ ਸਕਦੇ ਆ ਅਬਲਿਆੰਤੀ ਦਾ, ਅਵੈਰਤੀਮੈਂਤੀ ਉਤਲੀ ਦੇਣ ਵਾਸਤੇ। ਉੱਥੇ ਸਵਾਲ ਅਬਲਿਆੰਤੀ ਵਾਲਾ ਠੀਕ ਹੈ, ਕਿਸੇ ਨੂੰ ਵਾਰਨਿੰਗ ਦੇਣੀ ਹੈ ਤਾਂ ਤੁਸੀਂ ਲੈਟਾਂ ਮਾਰ ਸਕਦੇ ਆ। ਤਾਂ 25ਵਾਂ ਸਵਾਲ ਸੈਂਪਰੇ ਤੋਂ ਗਲਤ ਹੈ, ਬਿਮਾਰ ਬੰਦੇ ਤੋਂ ਗਲਤ ਹੈ। non è obbligatorio soccorrere un ferito della strada। ਫਾਲਸੋ। non è obbligatorio ਆਪਾਂ non è necessario, ਇਹ ਸਾਰੇ ਸਵਾਲ ਗਲਤ ਹੈ ਨਾ, ਜ਼ਰੂਰੀ ਨਹੀਂ ਹੈ, ਜ਼ਰੂਰੀ ਨਹੀਂ ਹੈ, ਬਹੁਤ ਗੱਲਾਂ ਜ਼ਰੂਰੀ ਹੈ। ਤੇ ਇੱਥੋਂ ਵੀ ਗਲਤ ਕਰ ਦਿੰਦੇ ਉਦਾਂ, ਜ਼ਖਮੀ ਰੋਡ ਦੇ ਸਕੋਰਰੇ ਹੈਲਪ ਕਰਨਾ ਜ਼ਖਮੀ ਰੋਡ ਦੇ ਵਾਲੇ ਦਾ ਜ਼ਰੂਰੀ ਨਹੀਂ ਹੈ। ਨਹੀਂ, ਜ਼ਰੂਰੀ ਵੀ ਹੈ। ਜੇ ਆਪਾਂ ਨਹੀਂ ਕਰਦੇ ਤਾਂ ਆਪਾਂ ਪਿਛਲੀ ਕਲਾਸ 'ਚ ਵੀ ਗੱਲ ਕੀਤੀ ਸੀ, ਜੇ ਅਸੀਂ ਨਹੀਂ ਕਰਦੇ ਭੱਜ ਜਾਂਦੇ ਆ, ਭੱਜਣ ਨੂੰ ਕੀ ਕਹਿੰਦੇ ਆ, ਫੂਜੇ, ਹਾਂ ਫੂਗਾ ਕਹਿ ਲਓ, ਫੂਜੇ ਹੈ ਨਾ, ਕਿੱਦਾਂ ਬੋਲਦੇ। ਜੇ ਭੱਜ ਜਾਂਦੇ ਤਾਂ ਕੀ ਹੋ ਸਕਦਾ, ਜੇ ਭੱਜ ਜਾਂਦੇ ਅਸੀਂ ਨਹੀਂ ਹੈਲਪ ਕੀਤੀ ਫਿਰ ਕੀ ਹੋ ਸਕਦਾ, ਸਾਡਾ ਲਾਇਸੈਂਸ ਸਸਪੈਂਡ ਹੋ ਸਕਦਾ ਹੈ, ਸਸਪੈਂਸੀਓਨੇ della patente। ਉਹ 'ਚ ਭੱਜਣ ਚ ਆ ਜਾਂਦਾ ਫੂਜੇ ਵਾਲੇ 'ਚ। ਤਾਂ ਜ਼ਰੂਰੀ ਨਹੀਂ ਹੈ ਹੈਲਪ ਕਰਨਾ, ਨਹੀਂ ਜ਼ਰੂਰੀ ਹੈ, ਫਰਜ਼ ਵੀ ਹੈਗਾ, ਪਲੱਸ ਕਾਨੂੰਨ ਇੱਕ ਲਹਿਜੇ ਵੱਲੋਂ ਵੀ ਇਹ ਕਾਨੂੰਨ ਹੈਗਾ। ਤਾਂ ਬਾਕੀ ਗੱਲ ਤਾਂ ਪੜ੍ਹਨ ਦੀ ਲੋੜ ਹੀ ਨਹੀਂ, ਜ਼ਰੂਰੀ ਨਹੀਂ ਹੈ, ਜ਼ਰੂਰੀ ਹੈ। l'uso del telefono cellulare, ਟੈਲੀਫੋਨ ਮੋਬਾਈਲ ਫੋਨ ਦਾ ਯੂਜ਼ senza ausilio, ਬਿਨਾਂ ਹੈਲਪ ਤੋਂ, del viva voce ਸਪੀਕਰ ਤੋਂ, ਉਹ del auricolare ਕੁਫੀਏ ਤੋਂ, è vietato durante la guida, ਮਨਾ ਹੈ ਡਰਾਈਵਿੰਗ ਦੇ ਦੌਰਾਨ। ਆਹੋ, ਬਿਨਾਂ ਸਪੀਕਰ ਤੋਂ ਜਾਂ ਬਿਨਾਂ ਕੁਫੀਏ ਤੋਂ ਕਰਨਾ ਮਨਾ ਹੈ। ਹਾਂ, ਸਪੀਕਰ ਲਾ ਕੇ ਕਰ ਲਓ, ਪਰ ਇੱਕ ਥਾਂ ਤੇ ਉਹ ਵੀ ਸਵਾਲ ਆਉਂਦਾ ਕਿ ਚਾਹੇ ਤੁਸੀਂ ਵੀਵਾ ਵੋਸ਼ੇ ਜਾਂ ਔਰੀਕੁਲਾਰੇ ਨਾਲ ਗੱਲ ਕਰਦੇ ਆ ਕੁਫੀਏ ਲਾ ਕੇ ਵੀ, ਤਾਂ ਤੁਹਾਡੀ ਅਟੈਂਸ਼ਨ ਜਿਹੜੀ ਉਹ ਘਟ ਜਾਂਦੀ ਹੈ। ਇਹ ਗੱਲ ਵੀ ਧਿਆਨ 'ਚ ਰੱਖਣੀ, ਇਹ ਨਹੀਂ ਵੀ ਮੈਂ ਸਪੀਕਰ ਲਾਇਆ ਜਾਂ ਉਹ ਮੈਂ ਗੱਲਾਂ ਹੀ ਕਰੀ ਜਾਵਾਂ। ਸਿਰਫ ਜ਼ਰੂਰੀ ਗੱਲ ਕਰੋ ਤੇ ਆਪਣੇ ਜ਼ਿਆਦਾ ਟਾਈਮ ਤੱਕ ਨਾ ਉੱਚ ਰਹੋ। ਤੇ ਜੇ ਆਪਾਂ ਬਿਨਾਂ ਇਸ ਤੋਂ ਕਰਦੇ ਹਾਂ, ਮੰਨ ਲਓ ਬਿਨਾਂ ਹੈੱਡਫੋਨ ਤੋਂ ਗੱਲ ਕਰਦੇ ਹਾਂ, ਤਾਂ ਕੀ ਹੋ ਸਕਦਾ, ਕਿੰਨੀਆਂ ਪੁੰਤੀਆਂ ਕੱਟ ਹੋ ਸਕਦੀਆਂ। ਉਹਦਾ ਸਵਾਲ ਇਹ ਨਹੀਂ ਆਉਂਦੀਆਂ, ਪੁੰਤੀਆਂ ਕੱਟ ਹੋ ਸਕਦੀਆਂ ਕਿ ਨਹੀਂ ਕੱਟ ਹੋ ਸਕਦੀਆਂ, ਕੱਟ ਹੋ ਸਕਦੀਆਂ। 5 ਪੁੰਤੀਆਂ ਆਪਾਂ ਉਹ 'ਚ ਪੜ੍ਹਿਆ ਹੋਇਆ ਇਹਦਾ ਤਰੀਕਾ ਯਾਦ ਕਰਨ ਦਾ। ਹੈਲਮਟ ਨਹੀਂ ਪਾਇਆ ਤਾਂ ਵੀ ਕੱਟ ਹੋ ਸਕਦੀਆਂ, ਐਂਡ ਕਰ ਲਈਆਂ ਤਾਂ ਵੀ, ਤੇ ਹੈੱਡਫੋਨ ਵਗੈਰਾ ਨਹੀਂ ਲਾਏ ਤਾਂ ਵੀ। 27ਵਾਂ ਸਵਾਲ ਠੀਕ ਹੈ, ਮਨਾ ਹੈ ਬਿਨਾਂ ਉਸ ਤੋਂ ਫੋਨ ਕਰਨਾ। ਹੁਣ ਇਹ ਕੀ ਹੈ, ਚੌਂਕ ਹੈ, ਚਰਾਹ ਹੈ, ਸੱਜੇ ਪਾਸੋਂ ਕੋਈ ਰੋਡ ਵੱਢ ਰਿਹਾ ਹੈ ਪਰ ਉਹ ਛੋਟਾ ਹੈ, ਅਸੀਂ ਮੇਨ ਰੋਡ ਤੇ ਜਾ ਰਹੇ ਹਾਂ, ਫੋਟੋ ਤਾਂ ਇਹੀ ਦੱਸਦੀ ਹੈ, ਸੱਜੇ ਪਾਸੇ ਮੁੜਨਾ ਮੁੜ ਜਾਓ, ਪਰ ਪਹਿਲ ਸਾਡੀ ਹੈ, ਪਰ ਹੌਲੀ ਹੋਣਾ ਜ਼ਰੂਰੀ ਹੈ। il segnale raffigurato pronuncia ਕਰਦਾ ਉਹਨੇ incrocio ਇੱਕ ਚੌਂਕ in cui ਜਿੱਥੇ conducente alla precedenza, ਡਰਾਈਵਰ ਰੱਖਦਾ ਹੈ ਪਹਿਲ, sui veicoli ਗੱਡੀਆਂ ਉੱਪਰ, ਕਿਹੜੀਆਂ ਗੱਡੀਆਂ ਉੱਪਰ, provenienti da destra, ਜਿਹੜੀਆਂ ਆ ਰਹੀਆਂ ਰਾਈਟ ਸਾਈਡ, ਅਸੀਂ ਪਹਿਲ ਰੱਖਦੇ ਹਾਂ, ਪਰ ਹੌਲੀ ਹੋਣਾ ਫਿਰ ਵੀ ਜ਼ਰੂਰੀ ਹੈ, ਮੁਜ਼ਰਾਰੇ ਅਸੀਂ ਫਿਰ ਵੀ ਕਰਨਾ ਹੈ, ਤੇ ਅਸੀਂ ਕੁਰਾਰਸੀ ਸਿਕਿਉਰ ਜ਼ਰੂਰ ਹੋਣਾ। ਜਦੋਂ ਵੀ ਇਦਾਂ ਦੀ ਗੱਲ ਆ ਜਾਵੇ ਨਾ, ਹਰੀ ਲਾਈਟ ਹੋਵੇ, ਇਦਾਂ ਦੇ ਸਾਈਨ ਜਿਹੜੇ ਪਹਿਲ ਵਾਲੇ ਆ ਜਾਣ, ਕਦੀ ਵੀ ਕੁਝ ਵੀ ਹਾਲਾਤ ਹੋਵੇ, ਅਸੀਂ ਕੁਰਾਰਸੀ ਸਿਕਿਉਰ ਜ਼ਰੂਰ ਹੋ ਜਾਓ। ਤਾਂ ਇਹ ਆਦਤ ਬਣਾਓ, ਚਾਹੇ ਹਰੀ ਲਾਈਟ ਵੀ ਹੋਵੇ। ਮੈਂ ਤਾਂ ਆਪ ਜਦੋਂ ਵੀ ਹਰੀ ਲਾਈਟ ਹੋਵੇ ਤਾਂ ਥੋੜਾ ਜਿਹਾ ਹੌਲੀ ਹੋ ਕੇ ਸੱਜੇ ਖੱਬੇ ਜ਼ਰੂਰ ਦੇਖ ਲਓ, ਕੋਈ ਗਲਤੀ ਨਾ ਕਰਦਾ ਹੋਵੇ, ਕਈ ਵਾਰ ਕੋਈ ਗਲਤੀ ਤਾਂ ਕਰ ਸਕਦਾ, ਜਾਂ ਕੋਈ ਐਂਬੂਲੈਂਸ ਹੀ ਆਉਂਦੀ ਹੋਵੇ, ਤਾਂ ਅਸੀਂ ਕੁਰਾਰਸੀ ਜ਼ਰੂਰ ਹੋਣਾ, ਸਿਕਿਉਰ ਜ਼ਰੂਰ ਹੋਣਾ। ਉਹ ਸਵਾਲ ਵਿੱਚ ਠੀਕ ਹੋ ਜਾਂਦਾ ਸੀ ਕੁਰਾਰਸੀ। ਤਾਂ ਇਹ ਸਵਾਲ ਆਪਣਾ 28ਵਾਂ ਵੀ ਠੀਕ ਹੈ ਜੀ। 29ਵਾਂ il segnale raffigurato è posto sulle autostrade, ਇਹ ਤਾਂ ਸੌਖਾ ਜਿਹਾ ਸਵਾਲ ਹੈ, ਹਰੇ ਰੰਗ ਦਾ ਬੋਰਡ ਤਾਂ ਆਟੋਸਟਰਾਦੇ ਉੱਪਰ ਲੱਗਿਆ ਹੋਊਗਾ। ਉੱਦਾਂ ਇਹ ਸਾਈਨ ਕੀ ਕਹਿ ਰਿਹਾ ਹੈਗਾ, ਇਹ ਸਾਈਨ ਕਹਿ ਰਿਹਾ ਹੈ ਇਹ ਅੱਛਾ ਜਿਹਾ ਸਪੀਡਾਂ ਕਿਹੜੀਆਂ ਹੈ, limite minimo di velocità obbligatoria, ਇੱਦਾਂ ਕਹਾਂਗੇ ਨਾ, limite minimo ਹੈ, ਮਿਨੀਮਮ ਸਪੀਡ ਹੈ ਜਿਹੜੀ ਜ਼ਰੂਰੀ ਹੈ ਰੱਖਣਾ। ਤੇ ਜੇ 60 ਇਸ ਤੇ 60 ਲਿਖਿਆ ਤਾਂ 3 ਕੁਰਸੀ ਹੈ, ਮੰਨ ਲਓ ਆਟੋਸਟਰਾਦੇ ਇੱਕ ਸਾਈਡ ਜਾਣ ਨੂੰ ਇਸ ਟਾਈਮ 3 ਕੁਰਸੀ ਹੈ, ਸੱਜੇ ਪਾਸੇ ਵਾਲੇ ਕੁਰਸੀ 'ਚ ਕਿਸੇ ਵੀ ਸਪੀਡ ਤੇ ਜਾਓ ਕੋਈ ਚੱਕਰ ਨਹੀਂਗਾ, ਮਿਨੀਮਮ ਸਪੀਡ ਦੀ ਕੋਈ ਚੱਕਰ ਨਹੀਂਗਾ, ਚਾਹੇ 50 ਤੇ ਜਾਓ ਚਾਹੇ 40 ਤੇ ਜਾਓ, ਪਰ 130 ਤੋਂ ਥੱਲੇ ਹੀ ਰਹਿਣਾ। ਇਹਦੇ ਵਿੱਚ ਜੇ ਸੈਂਟਰ ਵਾਲੇ ਕੁਰਸੀ 'ਚ ਤੁਸੀਂ 60 ਤੋਂ ਥੱਲੇ ਨਹੀਂ ਜਾ ਸਕਦੇ, ਮਿਨੀਮਮ ਸਪੀਡ ਇੱਥੇ 60 ਦੀ ਹੈ, 60 ਤੇ ਜਾਓ, 70 ਤੇ ਜਾਓ, 120 130 ਤੱਕ ਜਾਓ, 60 ਤੋਂ 130 ਦੇ ਵਿੱਚ ਰਹਿਣਾ। ਇਹਦੇ ਵਿੱਚ ਵੜ ਗਏ ਜੇ ਤਾਂ ਤੁਸੀਂ 90 ਤੋਂ ਲੈ ਕੇ 130 ਦੇ ਵਿੱਚ ਰਹਿਣਾ ਹੈ, ਮਿਨੀਮਮ ਵਿੱਚ 90 ਹੈ। ਤਾਂ ਇਹਦੇ ਵਿੱਚ ਰਹਿ ਕੇ ਤੁਸੀਂ 80 'ਚ ਨਹੀਂ ਜਾ ਸਕਦੇ, ਇਹਦੇ ਵਿੱਚ 90 ਤੋਂ 130 ਹੈ, ਇਹਦੇ ਵਿੱਚ 60 ਤੋਂ 130 ਹੈ, ਇਹਦੇ ਵਿੱਚ ਸਮਝ ਲਓ 0 ਤੋਂ 130 ਹੈ, ਜੋ ਮਰਜ਼ੀ ਸਪੀਡ ਤੇ ਰਹੋ, ਇਹ 'ਚ ਕੋਈ ਓਬਲੀਗੋ ਨਹੀਂ। ਇਹ ਫਾਸਟ ਟਰੈਕ ਹੋ ਗਏ 2। ਤਾਂ ਆਟੋਸਟਰਾ ਦੇ ਉੱਪਰ ਲੱਗਦਾ ਸਵਾਲ ਠੀਕ ਹੈ ਜੀ। 30ਵਾਂ ਸਵਾਲ ਕਿੱਧਰ ਗਿਆ,
il valore della distanza di sicurezza da mantenere una macchina spanditrici di sale in azione è 15 metri ਫਾਲਸੋ ਕਿੰਨਾ 20 20 metri ਦੇਖੋ ਕਿੰਨਾ ਸੌਖਾ ਸਵਾਲ ਹੈ ਚਾਹੇ ਸਗੋਂਬਰਾ ਨੇਵੀ ਹੋਵੇ ਚਾਹੇ ਇਹ ਹੋਵੇ ਤੇ ਇਹ ਸਵਾਲ ਆਪਣਾ ਹੋ ਗਿਆ ਗਲਤ ਤੇ ਆਪਣਾ ਸਕੇਦਾ ਹੋ ਗਿਆ ਜੀ ਪੂਰਾ ਹਾਂਜੀ ਐਂਡ ਦੇ ਵਿੱਚ ਇੱਕ ਸਵਾਲ ਹੈਗਾ ਇਹ ਤੁਸੀਂ ਜਵਾਬ ਦੇਣਾ ਹੈ ਇਹ ਸਾਈਨ ਹੈਗਾ ਆਹ il segnale raffigurato indica ਕਰਦਾ ਹੈ ਕਿ bisogna obbligatoriamente dare precedenza ai bambini che attraversano ਇਸ ਸਵਾਲ ਦਾ ਜਵਾਬ ਤੁਸੀਂ ਕਮੈਂਟ 'ਚ ਦੇਣਾ ਹੈ ਤੇ ਅਗਲੇ ਵੀਡੀਓ ਹੋਇਆ ਜਾਂ ਇਸ ਤੋਂ ਬਾਅਦ ਜਿੰਨੇ ਵੀ ਛੇਤੀ ਹੋਇਆ ਤਾਂ ਮੈਂ ਤਾਂ ਸਵਾਲ ਦਾ ਜਵਾਬ ਪਿੰਨ 'ਚ ਦੇ ਦੂੰਗਾ ਜਾਂ ਅਗਲੇ ਵੀਡੀਓ 'ਚ ਦਊਂਗਾ ਜੀ ਠੀਕ ਹੈ ਇਹ ਸਵਾਲ ਕਿਉਂਕਿ ਕਨਫਿਊਜ਼ ਕਰਦਾ ਹੈ ਤਾਂ ਪਹਿਲ ਦੇਣਾ ਜ਼ਰੂਰੀ ਹੈ ਬੱਚਿਆਂ ਨੂੰ ਤੇ ਇਸ ਸਵਾਲ ਵੇਰ ਹੋਇਆ ਜਾਂ ਫਾਲਸੋ ਜ਼ਰੂਰ ਦੱਸਿਓ ਬਾਕੀ ਚੰਗਾ ਲੱਗਦਾ ਜ਼ਰੂਰ ਲਾਈਕ ਕਰਿਆ ਕਰੋ ਕਿਉਂਕਿ ਵੀਡੀਓ ਨੂੰ ਫਿਰ YouTube ਤਾਂ ਹੀ ਰਿਕੋਗਨਾਈਜ਼ ਕਰਦਾ ਕਿ ਕੋਈ ਲਾਈਕ ਵੀ ਕਰਦਾ ਇਹਨੂੰ ਜਾਂ ਕੋਈ ਕਮੈਂਟ ਕਰਦਾ ਉਸ ਬੇਸ ਤੇ ਹੀ ਉਹ ਵੀਡੀਓ ਪਪੂਲਰ ਹੁੰਦਾ ਨਹੀਂ ਤਾਂ ਉਹਨਾਂ ਨੂੰ ਉਹ ਦੂਸਰੇ ਲਿਸਟ 'ਚ ਪਾ ਦਿੰਦੇ ਕੋਈ ਪਸੰਦ ਤਾਂ ਕਰਦਾ ਨਹੀਂ ਪਿਆ ਲਾਈਕ ਤਾਂ ਕੋਈ ਕਰ ਨਹੀਂ ਰਿਹਾ ਇਹਨੂੰ ਨਾ ਕੋਈ ਇਹਦੇ ਉੱਪਰ ਕਮੈਂਟ ਕਰਦਾ ਤੇ ਫਿਰ ਉਹ ਵੀਡੀਓ ਨੂੰ ਵਧੀਆ ਨਹੀਂ ਸਮਝਿਆ ਜਾਂਦਾ ਹੈ ਨਾ ਇਸ ਚੀਜ਼ ਨੂੰ ਤੁਸੀਂ ਸਮਝਦੇ ਕਿਉਂਕਿ YouTube ਤਾਂ ਉਹ ਆਰਟੀਫੀਸ਼ੀਅਲ ਉਹਦੀ ਇੰਟੈਲੀਜੈਂਸ ਹੁੰਦੀ ਹੈ ਤੇ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਜੀ ਓਕੇ ਜੀ ਮਿਲਦੇ ਹਾਂ ਛੇਤੀ ਅਗਲੇ ਵੀਡੀਓ 'ਚ ਬਹੁਤ ਬਹੁਤ ਧੰਨਵਾਦ